वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जुड़ चुके हो इस शाम की ऑनलाइन गुरमति क्लास विच, जिस विच आपां धन सतगुरु श्री गुरु अर्जन देव जी महाराज सच्चे पातशाह जी की पावन बाणी सुखमनी साहिब की संथिया ਅਤੇ विचार चर्चा कर रहे हैं कि सतगुਰਾਂ ਦੀ ਇਹ ਪਾਵਨ ਬਾਣੀ ਕੀ ਉਪਦੇਸ਼ ਸਾਨੂੰ ਦਿੰਦੀ ਹੈ ਤੇ ਇਹਨੂੰ ਸੁੱਧ ਪੜਿਆ ਜਾਵੇ। ਇਹਦੇ ਵਾਸਤੇ ਆਪਾਂ ਇਸ ਪਾਵਨ ਬਾਣੀ ਦੀ ਸੰਥਿਆ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਆਪਾਂ ਕੱਲ ਦੀ ਸਾਧ ਸੰਗਤ ਜੀ ਪੰਜਵੀਂ ਅਸ਼ਟਪਦੀ ਆਰੰਭ ਕੀਤੀ ਸੀ। 4 ਪਦੇ ਆਪਾਂ ਇਸ ਅਸ਼ਟਪਦੀ ਦੇ ਕਰ ਚੁੱਕੇ ਹਾਂ। ਅੱਜ ਪੰਜਵਾਂ ਪਦਾ ਜਿਹੜਾ ਹੈ ਉਹ ਸ਼ੁਰੂ ਹੋਣਾ ਹੈ। ਸੋ ਆਪ ਸਭ ਸੰਗਤ ਜੋ ਜੁੜ ਚੁੱਕੇ ਹੋ, ਸਭ ਦਾ ਧੰਨਵਾਦ। ਆਓ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੀਏ ਤੇ ਇਸ ਪਾਵਨ ਬਾਣੀ ਦੀ ਸੰਥਿਆ ਤੇ ਵਿਚਾਰ ਦੇ ਨਾਲ ਜੁੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮਿਥਿਆ ਸ਼ਰਵਣ ਪਰ ਨਿੰਦਾ ਸੁਣਹਿ, ਮਿਥਿਆ ਹਸਤ ਪਰ ਦਰਬ ਕੋ ਹਿਰਹਿ। ਮਹਾਰਾਜ ਕਹਿੰਦੇ ਆ ਮਿਥਿਆ ਭਾਵ ਨਿਸਫਲ, ਤੇਰੇ ਜਿਹੜੇ ਸਰਵਣ ਹਨ ਇਹ ਵਿਅਰਥ ਹਨ, ਨਿਰਫਲ ਹਨ, ਮਿਥਿਆ ਹਨ। ਕਿਉਂ? ਪਰ ਨਿੰਦਾ ਸੁਣੀ, ਕਿਉਂਕਿ ਇਹ ਪਰਾਈ ਨਿੰਦਾ ਸੁਣਦੇ ਰਹਿੰਦੇ ਆ। ਜਿਸ ਮਨੁੱਖ ਦੇ ਕੰਨ ਸਾਰੀ ਦਿਹਾੜੀ ਪਰਾਈ ਨਿੰਦਿਆ ਵੱਲ ਲੱਗੇ ਰਹਿੰਦੇ ਆ, ਉਸ ਮਨੁੱਖ ਦੇ ਕੰਨ ਜਿਹੜੇ ਉਹ ਸਫਲ ਨਹੀਂ, ਨਿਸਫਲ ਹਨ, ਮਿਥਿਆ ਹਨ। ਮਿਥਿਆ ਹਸਤ ਪਰ ਦਰਬ ਕਹਿ ਰਹੇ, ਤੇ ਮਿਥਿਆ ਹਸਤ ਜਿਹੜੇ ਹੱਥ ਹਨ ਉਹ ਸਾਰੀ ਦਿਹਾੜੀ ਪਰਾਇਆ ਧਨ ਜਿਹੜਾ ਆ, ਦਰਬਦਾਰ ਦਾ ਧਨ, ਪਰਾਇਆ ਧਨ ਹੀ ਰਿਹਾ, ਇਕੱਠਾ ਕਰਨਾ, ਖੋਹਣਾ, ਚਰਾਉਣਾ, ਪਰਾਏ ਧਨ ਦੇ ਉੱਤੇ ਨਿਗਾਹ ਰੱਖਦਾ ਹੈ, ਪਰਾਏ ਧਨ ਨੂੰ ਖੋਹਦਾ ਹੈ, ਚਰਾਉਂਦਾ ਹੈ। ਉਹ ਹੱਥ ਵੀ ਜਿਹੜੇ ਆ ਉਹ ਮਿਥਿਆ ਹਨ, ਨਿਸਫਲ ਹਨ, ਨਿਰਫਲ ਹਨ। ਭਾਵ ਜੋ ਪਰਾਈ ਨਿੰਦਾ ਸੁਣਦੇ ਹਨ, ਕੰਨ ਸਾਨੂੰ ਸੁਣ ਲਈ ਮਿਲੇ ਆ ਪਰਮੇਸ਼ਰ ਦਾ ਨਾਮ, ਪਰ ਮਨੁੱਖ ਕੀ ਸੁਣਦਾ ਹੈ? ਨਿੰਦਿਆ। ਤੇ ਸਤਿਗੁਰ ਕਹਿੰਦੇ ਭਾਈ ਨਿੰਦਿਆ ਸੁਣਨ ਦੇ ਨਾਲ ਤੇਰੇ ਕੰਨ ਜਿਹੜੇ ਆ ਇਹ ਨਿਰਫਲ ਜਾਣਗੇ। ਸੰਸਾਰ ਇਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਤੇ ਫਿਰ ਜਿਹੜੇ ਤੇਰੇ ਹੱਥ ਆ ਉਹ ਤੈਨੂੰ ਕਿਰਤ ਕਰਨ ਲਈ ਦਿੱਤੇ ਆ, ਚੰਗੀ ਧਰਮ ਦੀ ਕਿਰਤ। ਪਰ ਜੇ ਤੂੰ ਇਹਨਾਂ ਹੱਥਾਂ ਦੇ ਨਾਲ ਦੂਸਰਿਆਂ ਦਾ ਗਲਾ ਦਬਾ ਦਬਾ ਕੇ ਮਾਇਆ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ, ਜੇ ਦੂਸਰਿਆਂ ਦਾ ਧਨ ਚਰਾਉਣਾ ਸ਼ੁਰੂ ਕਰ ਦਿੱਤਾ, ਆਨੇ ਬਹਾਨੇ ਕਿਸੇ ਵੀ ਤਰੀਕੇ ਦੇ ਨਾਲ ਠੱਗੀਆਂ ਟੋਰੀਆਂ ਮਾਰ ਕੇ, ਮਾਰੇ ਕਹਿੰਦੇ ਫਿਰ ਤੇਰੇ ਜਿਹੜੇ ਹੱਥ ਹਨ ਉਹ ਵੀ ਨਿਰਫਲ ਹਨ। ਇਹਨਾਂ ਦਾ ਵੀ ਕੋਈ ਜਿਹੜਾ ਮਤਲਬ ਨਹੀਂ ਬਣਦਾ, ਇਹ ਤੇਰੇ ਸਰੀਰ ਦੇ ਨਾਲ ਨਿਰਫਲ ਹੀ ਲੱਗੇ ਹਨ। ਮਿਥਿਆ ਨੇਤਰ ਵੇਖਤ ਪਰ ਤ੍ਰਿਆ ਰੂਪਾਦ, ਮਿਥਿਆ ਹੈ ਤੇਰੀਆਂ ਅੱਖਾਂ, ਨੇਤਰ ਜੋ ਵੇਖਦੀਆਂ ਹਨ, ਪਰ ਤ੍ਰੈ ਰੂਪਾਦ, ਪਰਾਇਆ, ਤ੍ਰੇ ਦਾ ਅਰਥ ਹੁੰਦਾ ਇਸਤਰੀ, ਰੂਪਾਦ ਦਾ ਅਰਥ ਹੁੰਦਾ ਰੂਪ। ਪਰਾਈਆਂ ਇਸਤਰੀਆਂ ਦਾ ਰੂਪ ਜੋ ਤੇਰਾ ਇਹ ਅੱਖਾਂ ਤੇਰੀਆਂ ਦੇਖਦੀਆਂ ਹਨ, ਇਹ ਵੀ ਮਿਥਿਆ ਹਨ। ਪਰਾਇਆ ਰੂਪ ਦੇਖਣ ਦੇ ਵਿੱਚ ਲੱਗੀਆਂ ਹੋਈਆਂ ਹਨ, ਇਸ ਕਰਕੇ ਇਹ ਨਿਰਫਲ ਹਨ। ਇਹਨਾਂ ਦਾ ਵੀ ਕੋਈ ਤੇਰੇ ਸਰੀਰ ਦੇ ਨਾਲ ਕੋਈ ਫਾਇਦਾ ਨਹੀਂ ਹੈ ਲੱਗੀਆਂ ਦਾ, ਜੇ ਤੂੰ ਇਹਨਾਂ ਅੱਖਾਂ ਦੇ ਨਾਲ ਪਰਾਏ ਸਰੀਰ ਵੇਖਣ ਵੱਲ ਹੀ ਧਿਆਨ ਦਿੱਤਾ। ਮਹਾਰਾਜ ਕਹਿੰਦੇ ਇਸ ਕਰਕੇ ਇਹ ਨੇਤਰਾਂ ਨੂੰ ਜਿਹੜਾ ਹੈ ਇਹਨੂੰ ਸੰਗਤ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਪਰਮੇਸ਼ਰ ਦਾ ਦੇਖਣ ਵਾਸਤੇ ਨੇਤਰੋ ਮੇਰੋ ਹਰ ਤੁਮੈ ਜੋ ਤਰੀ ਹਰ ਬਿਨਾ ਵਰਨਾ ਦੇਖੋਗੇ, ਹਰੀ ਨੂੰ ਦੇਖਣ ਵਾਸਤੇ ਤੈਨੂੰ ਇਹ ਸਰੀਰ ਦੇ ਨਾਲ ਲਾਇਆ। ਪਰ ਜੇ ਤੂੰ ਸਰੀਰ ਨਾਲ ਲੱਗ ਕੇ ਪਰਾਇਆ ਸਰੀਰ ਦੇਖੀ ਜਾਣਾ ਤੇ ਫਿਰ ਤੇਰੇ ਨੇਤਰ ਜਿਹੜੇ ਵੀ ਕਿਸੇ ਕੰਮ ਨਹੀਂ, ਇਹ ਵੀ ਨਿਰਫਲ ਹਨ। ਮਿਥਿਆ ਰਸਨਾ ਭੋਜਨ ਅੰਨ ਸਵਾਦ, ਮਿਥਿਆ ਹੈ ਤੇਰੀ ਰਸਨਾ, ਤੇਰੀ ਜੀਵ ਜੋ ਲੈਂਦੀ ਵੱਖਰੇ ਵੱਖਰੇ ਤਰ੍ਹਾਂ ਦੇ ਸਵਾਦ। ਮਿਥਿਆ ਰਸਨਾ ਭੋਜਨ ਅੰਨ ਸਵਾਦ, ਤਰ੍ਹਾਂ ਤਰ੍ਹਾਂ ਦੇ ਅਨੇਕਾਂ ਸਵਾਦਾਂ ਦੇ ਵਿੱਚ ਲੱਗੀ ਹੋਈ ਤੇਰੀ ਰਸਨਾ ਜਿਹੜੀ ਹੈ ਨਾ, ਉਹ ਪਦਾਰਥਾਂ ਦਾ ਰਸ ਲੈਣ ਦੇ ਵਿੱਚ ਰੁੱਝੀ ਹੋਈ ਆ, ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦੀ। ਇਸ ਕਰਕੇ ਤੇਰੀ ਰਸਨਾ ਜਿਹੜੀ ਹੈ ਨਿਰਫਲ ਹੈ, ਇਹ ਵੀ ਕਿਸੇ ਕੰਮ ਦੀ ਨਹੀਂ।
ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ। ਮਾਰੇ ਕਹਿੰਦੇ ਜਿਹੜੇ ਤੇਰੇ ਚਰਨ ਆ, ਤੇਰੇ ਪੈਰ ਆ, ਇਹ ਵੀ ਉਦੋਂ ਮਿਥਿਆ ਹੋ ਜਾਂਦੇ ਆ, ਉਦੋਂ ਇਹ ਵੀ ਨਿਫਲ ਹੋ ਜਾਂਦੇ ਆ ਜਦੋਂ ਇਹ ਪਰ ਵਿਕਾਰ ਕੋ ਧਾਵਹਿ, ਜਦੋਂ ਇਹ ਵਿਸ਼ੇ ਵਿਕਾਰ ਭੋਗਣ ਦੇ ਲਈ ਪਰਾਏ ਘਰਾਂ ਵੱਲ ਨੂੰ ਤੁਰ ਪੈਂਦਾ। ਜਦੋਂ ਤੇਰੇ ਪੈਰ ਵਿਕਾਰ ਭੋਗਣ ਦੇ ਲਈ ਪਰ ਵਿਕਾਰ ਕੋ ਧਾਵਹਿ, ਦੂਸਰੇ ਪਾਸੇ ਨੂੰ ਚੱਲ ਪੈਂਦੇ ਆ, ਵਿਕਾਰਾਂ ਵੱਲ ਨੂੰ ਤੇਰੇ ਪੈਰ ਜਦੋਂ ਚੱਲ ਪੈਂਦੇ, ਸਤ ਸੰਗਤ ਦਾ ਰਸਤਾ ਛੱਡ ਕੇ ਵਿਕਾਰਾਂ ਦਾ ਰਸਤਾ ਜਦੋਂ ਫੜ ਲੈਂਦੇ ਆ, ਉਦੋਂ ਤੇਰੇ ਜਿਹੜੇ ਚਰਨ ਹਨ, ਤੇਰੇ ਜਿਹੜੇ ਪੈਰ ਹਨ, ਇਹ ਵੀ ਮਿਥਿਆ ਹਨ, ਇਹ ਵੀ ਨਿਫਲ ਹਨ, ਇਹ ਵੀ ਤੇਰੇ ਕਿਸੇ ਕੰਮ ਦੇ ਨਹੀਂ। ਮਿਥਿਆ ਮਨ ਪਰ ਲੋਭ ਲੁਭਾਵਹਿ। ਮਾਰੇ ਕਹਿੰਦੇ ਜਿਹੜਾ ਤੇਰਾ ਮਨ ਹੈ ਨਾ, ਮਨ ਇਹ ਤੇਰਾ ਹਿਰਦਾ ਵੀ ਨਿਫਲ ਹੈ, ਇਹ ਵੀ ਕਿਸੇ ਕੰਮ ਦਾ ਨਹੀਂ, ਜੋ ਪਰਾਏ ਪਦਾਰਥਾਂ ਦੇ ਲੋਭ ਦੇ ਵਿੱਚ ਲਾਲਚ ਲੁਭਾਈਮਾਨ ਫਸਿਆ ਹੋਇਆ ਹੈ। ਮਿਥਿਆ ਮਨ ਪਰ ਲੋਭ ਲੁਭਾਵੈ। ਪਰਾਇਆ ਜਿਹੜਾ ਧਨ ਪਦਾਰਥ ਹੈ, ਪਰਾਇਆ ਲੋਭ ਹੈ, ਉਹਦੇ ਵਿੱਚ ਤੇਰਾ ਮਨ ਲੱਗਾ ਹੋਇਆ, ਪਰਮੇਸ਼ਰ ਨੂੰ ਕਦੀ ਯਾਦ ਨਹੀਂ ਕਰਦਾ ਮਨ ਦੇ ਵਿੱਚ, ਇਸ ਕਰਕੇ ਇਹ ਵੀ ਮਿਥਿਆ ਹੈ, ਇਹ ਵੀ ਨਿਫਲ ਹੈ ਤੇਰਾ ਮਨ ਵੀ। ਮਿਥਿਆ ਤਨ ਨਹੀਂ ਪਰ ਉਪਕਾਰਾ। ਫਿਰ ਤੇਰਾ ਸਰੀਰ ਵੀ ਮਿਥਿਆ ਹੈ। ਕਦੋਂ ਮਿਥਿਆ ਹੈ? ਨਹੀਂ ਪਰ ਉਪਕਾਰਾ, ਜਦੋਂ ਤੂੰ ਪਰ ਉਪਕਾਰ ਨਹੀਂ ਕਰਦਾ, ਜਦ ਤੂੰ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ, ਜਦੋਂ ਤੂੰ ਹਰੇਕ ਦੇ ਉੱਤੇ ਜਿਹੜਾ ਹੈ ਕ੍ਰੋਧ ਦੇ ਨਾਲ ਹੀ ਗੱਲ ਕਰਦਾ, ਪਰ ਉਪਕਾਰ ਕਰਦਾ ਨਹੀਂ, ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ ਪਰ ਉਪਕਾਰ ਨਹੀਂ ਕਰਦਾ, ਤੇਰਾ ਤਨ ਜਿਹੜਾ ਹੈ ਮਿਥਿਆ ਹੋ ਜਾਂਦਾ, ਤੇਰਾ ਤਨ ਨਿਫਲ ਹੋ ਜਾਂਦਾ। ਤੂੰ ਕਿਸੇ ਦੇ ਬਾਰੇ ਕੁਝ ਸੋਚਦਾ ਹੀ ਨਹੀਂ, ਤੇ ਉਦੋਂ ਤੂੰ ਪਰ ਉਪਕਾਰ ਜਦੋਂ ਕਰਦਾ ਹੀ ਨਹੀਂ, ਫਿਰ ਤੇਰਾ ਜਿਹੜਾ ਸਰੀਰ ਹੈ, ਜਿਹੜਾ ਤੇਰਾ ਤਨ ਬਣਾਇਆ ਹੈ, ਇਹ ਵੀ ਨਿਫਲ ਹੈ, ਇਹਦਾ ਵੀ ਕੋਈ ਕੰਮ ਨਹੀਂ, ਇਹ ਤੇਰਾ ਸਰੀਰ ਵੀ ਐਵੇਂ ਹੀ ਆਇਆ ਹੈ ਸੰਸਾਰ ਦੇ ਉੱਤੇ। ਮਿਥਿਆ ਬਾਸ ਲੇਤ ਵਿਕਾਰਾ। ਮਿਥਿਆ ਹੈ ਤੇਰੀ ਰਸਨਾ, ਮਿਥਿਆ ਬਾਸ ਲੇਤ ਵਿਕਾਰਾ, ਤੇਰੀ ਜਿਹੜੀ ਨਾਸਾਂ ਹਨ, ਜਿਨ੍ਹਾਂ ਦੇ ਰਾਹੀਂ ਤੂੰ ਵਾਸ਼ਨਾ ਲੈਣਾ ਤਰ੍ਹਾਂ ਤਰ੍ਹਾਂ ਦੀ, ਇਹ ਵੀ ਹੋਰ ਜਿਹੜੀਆਂ ਖੁਸ਼ਬੂਆਂ ਸੁਗੰਧ ਦੇ ਵਿੱਚ ਲੱਗੀ ਹੋਈ ਹੈ, ਜਿਹੜੀ ਤੇਰੀ ਨਾਸਿਕਾ ਹੈ, ਇਹ ਵੀ ਵਿਕਾਰ ਹੀ। ਮਿਥਿਆ ਬਾਸ ਲੇਤ ਵਿਕਾਰਾ, ਵਿਕਾਰਾਂ ਦੀ ਵਾਸ਼ਨਾ ਲੈਂਦੀ ਪਈ ਹੈ ਤੇਰੀ ਜਿਹੜੀ ਹੈ ਨਾਸਿਕਾ, ਇਹ ਵੀ ਮਿਥਿਆ ਹੈ, ਇਹ ਵੀ ਤੇਰੇ ਸਰੀਰ ਨਾਲ ਨਿਫਲ ਹੀ ਲੱਗੀ ਹੋਈ ਹੈ, ਇਹਦਾ ਵੀ ਕੋਈ ਕੰਮ ਨਹੀਂ ਹੈ। ਬਿਨ ਬੂਝੇ ਮਿਥਿਆ ਸਭ ਭਏ। ਸਤਿਗੁਰੂ ਕਹਿੰਦੇ ਆ, ਬਿਨਾਂ ਗੁਰੂ ਦੇ ਸਰੂਪ ਸਮਝੇ ਤੋਂ ਸਾਰੇ ਕਰਤੱਵ ਭਾਵ ਸਾਰੀਆਂ ਇੰਦਰੀਆਂ ਨਿਫਲ ਹਨ। ਬਿਨ ਬੂਝੇ ਮਿਥਿਆ ਸਭ ਭਏ, ਸਾਰੇ ਸਰੀਰ ਦੀਆਂ ਇੰਦਰੀਆਂ ਬਿਰਥੀਆਂ ਹਨ, ਮਿਥਿਆ ਹਨ, ਇਹਨਾਂ ਦਾ ਕੋਈ ਕੰਮ ਨਹੀਂ ਤੇਰੇ ਸਰੀਰ ਨਾਲ ਲੱਗੀਆਂ ਦਾ, ਜੇ ਤੂੰ ਪਰਮੇਸ਼ਰ ਨੂੰ ਨਹੀਂ ਸਿਮਰਦਾ, ਜੇ ਨਹੀਂ ਬੁੱਝਦਾ, ਜੇ ਤੂੰ ਗੁਰੂ ਦੀ ਸਿੱਖਿਆ ਨਹੀਂ ਲੈਂਦਾ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਮਾਰੇ ਫਿਰ ਸਰੀਰ ਸਫਲ ਕਿਵੇਂ ਹੋਵੇ? ਤੇ ਸਤਿਗੁਰੂ ਕਹਿੰਦੇ ਆ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਇਹ ਦੇਹ ਸਫਲ ਉਦੋਂ ਹੁੰਦੀ ਹੈ ਜਦੋਂ ਮਨੁੱਖ ਪਰਮੇਸ਼ਰ ਦਾ, ਹਰੀ ਦਾ ਨਾਮ ਲੈਂਦਾ, ਜਦੋਂ ਉਹਨੂੰ ਵਾਰ-ਵਾਰ ਜਪਦਾ ਹੈ, ਫਿਰ ਮਨੁੱਖ ਦੀ ਜਿਹੜੀ ਹੈ, ਜਿਹੜਾ ਸਰੀਰ ਹੈ, ਇਹ ਸਫਲ ਹੋ ਜਾਂਦਾ, ਇੰਦਰੀਆਂ ਸਮੇਤ ਸਫਲ ਹੁੰਦਾ। ਫਿਰ ਸਾਰੀਆਂ ਇੰਦਰੀਆਂ ਮਨੁੱਖ ਦੀਆਂ ਜਿਹੜੀਆਂ ਹਨ, ਉਹ ਸਾਰੀਆਂ ਦੀਆਂ ਸਾਰੀਆਂ ਸਫਲ ਹਨ, ਜੇ ਮਨੁੱਖ ਪਰਮੇਸ਼ਰ ਦਾ ਨਾਮ ਸੁਣਦਾ ਹੈ, ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹਨੂੰ ਸੁਣਦਾ ਹੈ, ਫਿਰ ਆਪਣੇ ਹੱਥਾਂ ਦੇ ਨਾਲ ਸੇਵਾ ਕਰਦਾ ਹੈ, ਨੇਤਰਾਂ ਦੇ ਨਾਲ ਪਰਮੇਸ਼ਰ ਨੂੰ ਹਰ ਜਗ੍ਹਾ ਦੇ ਵੇਖਦਾ ਹੈ, ਤੇ ਜਿਹੜਾ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਫਿਰ ਆਪਣੇ ਚਰਨਾਂ ਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦਾ ਹੈ, ਤੇ ਮਨ ਤੋਂ ਲੋਭ ਨੂੰ ਖਤਮ ਕਰਦਾ ਹੈ, ਮਨ 'ਚ ਪਰਮੇਸ਼ਰ ਨੂੰ ਵਸਾਉਂਦਾ ਹੈ, ਪਰ ਉਪਕਾਰ ਕਰਦਾ ਹੈ, ਤੇ ਜਿਹੜੀ ਨਾਸਿਕਾ ਹੈ, ਇਹਦੇ ਨਾਲ ਵੀ ਪਰਮੇਸ਼ਰ ਦੇ ਹੀ ਜਿਹੜਾ ਉਹ ਹੋਰ ਵਿਕਾਰਾਂ ਦੀਆਂ ਸਵਾਲਾਂ ਛੱਡ ਕੇ ਬਸ ਪਰਮੇਸ਼ਰ ਨੂੰ ਸਵਾਸ ਸਵਾਸ ਸਿਮਰਨ ਤੇ ਲੱਗ ਜਾਂਦਾ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਪਰਮੇਸ਼ਰ ਦੇ ਨਾਮ ਲੈਣ ਦੇ ਨਾਲ ਸਾਰੀ ਦੇਹ, ਸਾਰਾ ਸਰੀਰ ਪਵਿੱਤਰ ਹੋ ਜਾਂਦਾ, ਸਫਲ ਹੋ ਜਾਂਦਾ, ਜਦੋਂ ਮਨੁੱਖ ਪਰਮੇਸ਼ਰ ਦਾ ਨਾਮ ਲੈਂਦਾ। ਬਿਰਥੀ ਸਾਕਤ ਕੀ ਆਰਜਾ। ਮਾਰੇ ਕਹਿੰਦੇ ਆ, ਬਿਰਥੀ ਹੈ ਆਰਜਾ ਸਾਕਤ ਦੀ। ਸਾਕਤ ਹੁੰਦਾ ਹੈ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਵੇ, ਜਿਹਨੇ ਪਰਮੇਸ਼ਰ ਨੂੰ ਜਪਿਆ ਹੀ ਨਾ ਹੋਵੇ, ਜਿਹੜਾ ਆਪ ਵੀ ਨਾ ਜਪਦਾ ਹੋਵੇ ਤੇ ਦੂਸਰਿਆਂ ਨੂੰ ਕਹਿੰਦਾ ਹੋਵੇ ਕਿ ਭਾਈ ਨਾਮ ਦੇ ਵਿੱਚ ਕੁਝ ਨਹੀਂ ਰੱਖਿਆ, ਕਿਉਂ ਐਵੇਂ ਇਹ ਵਿਹਲਿਆਂ ਦੇ ਕੰਮਾਂ ਦੇ ਵਿੱਚ ਲੱਗੇ ਹੋ, ਕੀ ਲੋੜ ਹੈ ਰੱਬ ਰੱਬ ਕਰਨ ਦੀ।
ਆਏ ਆ ਸੰਸਾਰ ਤੇ ਨਜ਼ਾਰੇ ਲੈ ਕੇ ਚਲੇ ਜਾਓ, ਇਹ ਉਹਨੂੰ ਸਾਗਤ ਕਿਹਾ ਗਿਆ। ਜਿਹੜੇ ਦੂਸਰਿਆਂ ਦੀ ਨਿੰਦਾ ਕਰਦੇ ਰਹਿੰਦੇ ਆ, ਨਾ ਆਪ ਜਪਦੇ ਆ, ਨਾ ਦੂਸਰਿਆਂ ਨੂੰ ਜਪਣ ਲਈ ਪ੍ਰੇਰਿਤ ਕਰਦੇ, ਇਹਨਾਂ ਦੇ ਬਾਰੇ ਕਿਹਾ ਆਪ ਨਾ ਦੇ ਚਰੂ ਭਰ ਪਾਣੀ ਤੈ ਨਿੰਦੇ ਜੈ ਗੰਗਾ ਆਨੀ। ਆਪ ਤੇ ਕਿਸੇ ਨੂੰ ਪਰਮੇਸ਼ਰ ਦੇ ਨਾਮ ਵੱਲ ਲਾਉਂਦੇ ਨਹੀਂ ਆ, ਤੇ ਉਹਨਾਂ ਦੀ ਨਿੰਦਿਆ ਕਰਦੇ ਆ ਜਿਨ੍ਹਾਂ ਨੇ ਗੰਗਾ ਵਰਗਾ ਨਾਮ ਪਰਮੇਸ਼ਰ ਦਾ ਲੋਕਾਂ ਦੇ ਹਿਰਦੇ 'ਚ ਧਾਰਨ ਕਰਦਾ। ਮਹਾਂਪੁਰਸ਼ਾਂ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ ਵੀ ਇਹ ਨਿੰਦਾ ਕਰਦੇ ਆ, ਪਰਮੇਸ਼ਰ ਨੂੰ ਜਪਣ ਵਾਲਿਆਂ ਦੀ ਨਿੰਦਾ ਕਰਦੇ ਆ, ਉਹਨਾਂ ਨੂੰ ਸਾਗਤ ਕਿਹਾ ਜਾਂਦਾ। ਜਿਹੜੇ ਨਾ ਆਪ ਜਪਦੇ ਆ ਤੇ ਦੂਸਰਿਆਂ ਨੂੰ ਜਿਹੜੇ ਜਪਣ ਵਾਲੇ ਹੁੰਦੇ ਆ ਉਹਨਾਂ ਨੂੰ ਨਾਲੇ ਤੇ ਉਹਨਾਂ ਦੀ ਨਿੰਦਿਆ ਕਰਦੇ ਆ, ਤੇ ਨਾਲੇ ਇਹਨਾਂ ਨੂੰ ਕਹਿੰਦੇ ਕਿਹੜੇ ਕੰਮਾਂ 'ਚ ਲੱਗੇ, ਐਵੇਂ ਜਾਣ ਕੇ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਤੁਹਾਨੂੰ ਕੁਝ ਪ੍ਰਾਪਤ ਥੋੜ੍ਹੀ ਹੋਣਾ। ਇਹ ਉਹਨਾਂ ਦੀ ਗੱਲ ਕੀਤੀ। ਮਹਾਰਾਜ ਕਹਿੰਦੇ ਬਿਰਥੀ ਹੈ ਉਹਨਾਂ ਦੀ ਆਰਜਾ, ਜਿਹੜੇ ਪਰਮੇਸ਼ਰ ਦੇ ਨਾਮ ਤੋਂ ਟੁੱਟ ਚੁੱਕੇ ਹਨ, ਜਿਨ੍ਹਾਂ ਦੇ ਚਿੱਤ ਕਠੋਰ ਹੋ ਗਏ, ਉਹਨਾਂ ਦੀ ਆਰਜਾ ਉਮਰ ਜਿਹੜੀ ਹੈ ਉਹ ਬਿਰਥੀ ਆ, ਉਹ ਕਿਸੇ ਕੰਮ ਦੀ ਨਹੀਂ। ਉਹ ਜਿਹੋ ਜਿਹੇ ਆਏ ਜਿਹੋ ਜਿਹੇ ਨਾ ਆਏ ਇੱਕ ਬਰਾਬਰ ਹਨ, ਜਿਹੜੇ ਮਨੁੱਖ ਪਰਮੇਸ਼ਰ ਨੂੰ ਭੁੱਲ ਗਏ, ਜਿਹੜੇ ਜਪਦੇ ਹੀ ਨਹੀਂ ਪਰਮੇਸ਼ਰ ਦਾ ਨਾਮ। ਸਾਚ ਬਿਨਾ ਕਹਿ ਹੋਵਤ ਸੂਚਾ, ਮਹਾਰਾਜ ਕਹਿੰਦੇ ਬਿਰਤੀ ਹੈ ਸਾਗਤ ਕੀ ਆਰਜਾ, ਸੱਚ ਤੋਂ ਬਿਨਾ ਕਿਵੇਂ ਮਨੁੱਖ ਸੁੱਚਾ ਹੋ ਸਕਦਾ। ਸੱਚ ਪਰਮੇਸ਼ਰ ਤੋਂ ਬਿਨਾ, ਹਰੀ ਨੂੰ ਜਪੇ ਤੋਂ ਬਿਨਾ, ਸੱਚੇ ਨਾਮ ਨੂੰ ਜਪੇ ਤੋਂ ਬਿਨਾ, ਪਰਮੇਸ਼ਰ ਦੇ ਨਾਮ ਨੂੰ ਜਪੇ ਤੋਂ ਬਿਨਾ ਮਨੁੱਖ ਕਿਵੇਂ ਪਵਿੱਤਰ ਹੋ ਸਕਦਾ? ਨਹੀਂ ਹੋ ਸਕਦਾ। ਜੇ ਕੋਈ ਕਵੇ ਕਿ ਪਰਮੇਸ਼ਰ ਹੈ ਹੀ ਨਹੀਂ, ਪਰਮੇਸ਼ਰ ਦਾ ਨਾਮ ਨਾ ਜਪੋ, ਪਰ ਗੁਰੂ ਸਾਹਿਬ ਤੇ ਕਹਿੰਦੇ ਆ ਵੀ ਸਾਜ ਬਿਨਾ ਕਿ ਹੋਵੋ ਸੁੱਚਾ। ਉਹ ਸੱਚ ਨਾਮ ਤੋਂ ਬਿਨਾ ਮਨੁੱਖ ਸੁੱਚਾ ਕਿਵੇਂ ਹੋਵੇ? ਨਹੀਂ ਹੋ ਸਕਦਾ ਸੁੱਚਾ ਪਰਮੇਸ਼ਰ ਦੇ ਨਾਮ ਤੋਂ ਬਿਨਾ। ਬਿਰਥਾ ਨਾਮ ਬਿਨਾ ਤਨ ਅੰਧ, ਮਾਰੇ ਕਹਿੰਦੇ ਆ ਬਿਰਥਾ ਹੈ ਨਾਮ ਤੋਂ ਬਿਨਾ ਮਨੁੱਖ ਦਾ ਤਨ। ਮਾਰੇ ਕਹਿੰਦੇ ਜਿਹੜੇ ਸਤਾ ਤੋਂ ਹੀਣ, ਅੰਨੇ ਅਗਿਆਨੀ ਮਨੁੱਖ ਆ, ਉਹਨਾਂ ਦਾ ਸਰੀਰ ਜਿਹੜਾ ਹੈ ਬਿਰਥਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ। ਅੰਧ, ਬਿਰਥਾ ਨਾਮ ਬਿਨਾ ਤਨ ਅੰਧ। ਇਹ ਸਰੀਰ ਜਿਹੜਾ ਹੈ ਨਾ, ਜਿਹੜੇ ਅੰਨੇ ਹੋ ਗਏ ਅਗਿਆਨ ਦੇ ਵਿੱਚ, ਉਹਨਾਂ ਦਾ ਤਨ ਜਿਹੜਾ ਆ ਉਹ ਬਿਰਥਾ ਹੈ ਨਾਮ ਤੋਂ ਬਿਨਾ। ਮੁਖ ਆਵਤ ਤਾ ਕਹਿ ਦੁਰਗੰਧ, ਉਹਨਾਂ ਦੇ ਮੂੰਹ ਚੋਂ ਭੈੜੀ ਬਦਬੂ ਆਉਂਦੀ ਆ। ਉਹ ਭੈੜੀ ਬਦਬੂ ਕਿਹੜੀ? ਨਿੰਦਿਆ ਦੀ। ਉਹ ਕਹਿੰਦੇ ਕੀ ਐਵੇਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣ ਤੇ ਜ਼ੋਰ ਲਾਇਆ, ਨਜ਼ਾਰੇ ਲਾਓ, 4 ਦਿਨ ਸੰਸਾਰ ਤੇ ਆਏ, ਕੀ ਲੋੜ ਹੈ ਨਾਮ ਜਪਣ ਦੀ, ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਕੀ ਲੋੜ ਹੈ ਬਾਣੀ ਪੜ੍ਹਨ ਦੀ? 4 ਦਿਨ ਆਨੰਦ ਲੈ ਕੇ ਚਲੇ ਜਾਓ। ਜਪਣ ਨਾਲ ਕਿਹੜਾ ਕਿਸੇ ਨੂੰ ਅਗਲਾ, ਉਹ ਕਹਿੰਦੇ ਇਹ ਸੰਸਾਰ ਤੇ ਦੇਖਦੇ ਆ, ਅਗਲਾ ਕਿਹਨੇ ਡਿੱਠਿਆ, ਤੇ ਇੱਥੇ ਹੀ ਆ ਸਾਰਾ ਕੁਛ। ਮਹਾਰਾਜ ਕਹਿੰਦੇ ਉਹ ਮਨੁੱਖ, ਉਹਨਾਂ ਦੇ ਮੂੰਹ ਦੇ ਵਿੱਚੋਂ ਇਹੋ ਜਿਹੀ ਦੁਰਗੰਧ ਆਉਂਦੀ ਨਿੰਦਿਆ ਰੂਪੀ। ਉਹ ਨਾ ਤੇ ਆਪ ਜਪਦੇ ਆ, ਤੇ ਜਿਹੜੇ ਜਪਣ ਵਾਲੇ ਹੁੰਦੇ ਉਹਨਾਂ ਨੂੰ ਵੀ ਤੋੜ ਕੇ ਰੱਖ ਦਿੰਦੇ ਪਰਮੇਸ਼ਰ ਨਾਲ। ਇਸੇ ਕਰਕੇ ਮਹਾਰਾਜ ਨੇ ਕਿਹਾ ਹੈ ਕਿ ਜਿਹੜਾ ਨਾ ਬਾਸਨਕਾਰੋ ਪਰਸੀਏ ਤੋ ਕਛ ਲਾਗੇ ਦਾਗ, ਇਹੋ ਜਿਹਾ ਮਨੁੱਖਾਂ ਦੇ ਕੋਲ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹਨਾਂ ਦਾ ਜੀਵਨ ਐਸਾ ਹੁੰਦਾ ਹੈ ਜਿਵੇਂ ਕਿ ਕੋਈ ਮਨੁੱਖ ਨੇ ਚਿੱਟੇ ਕੱਪੜੇ ਪਾਏ ਹੋਣ ਤੇ ਉਹ ਹੱਥ ਦੇ ਵਿੱਚ ਕਾਲੇ ਰੰਗ ਦਾ ਬਰਤਨ ਫੜਦੇ, ਜਿਹਨੂੰ ਕਾਲਖ ਲੱਗੀ ਹੋਵੇ, ਤੇ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਏ, ਕਿਤੇ ਨਾ ਕਿਤੇ ਉਹਦੇ ਚਿੱਟਿਆਂ ਕੱਪੜਿਆਂ ਨੂੰ ਕਾਲਖ ਦੀ ਇੱਕ ਅੱਧੀ ਭਾਵੇਂ ਸ਼ਾਹੀ ਲੱਗ ਜੇ, ਲੱਗੇਗੀ ਜ਼ਰੂਰ। ਇਸੇ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਲਾਗੇ ਨਹੀਂ ਜਾਣਾ ਚਾਹੀਦਾ, ਸਾਗਤ ਬੰਦਿਆਂ ਦੇ, ਜਿਹੜੇ ਪਰਮੇਸ਼ਰ ਦੇ ਨਾਮ ਤੋਂ ਦੂਰ ਕਰਦੇ ਹੋਣ। ਇਸੇ ਤਰ੍ਹਾਂ ਇੱਕ ਹੋਰ ਉਦਾਹਰਨ ਦਿੱਤੀ ਹੈ ਕਬੀਰ ਸਾਹਿਬ ਨੇ ਕਿ ਜਿਵੇਂ ਕੇਲੇ ਦਾ ਰੁੱਖ ਹੋਵੇ ਨਾ, ਬੇਰੀ ਦੇ ਰੁੱਖ ਦੇ ਲਾਗੇ, ਤੇ ਉਹ ਜਦੋਂ ਚੱਲਦੀ ਹਨੇਰੀ ਤੇ ਉਹ ਕੰਡੇ ਜਿਹੜੇ ਆ ਉਹਦੇ ਨਾਲ, ਜਿਹੜਾ ਕੇਲੇ ਦਾ ਰੁੱਖ ਹੁੰਦਾ ਉਹਦੇ ਪੱਤੇ ਵੀ ਚੀਰੇ ਜਾਂਦੇ ਆ। ਕਹਿੰਦੇ ਆ ਕਿ ਉਹ ਝੂਲੇ ਉਹ ਚੀਰੀਏ ਸਾਗਤ ਸੰਗ ਨਾ ਹੇਤ, ਕਿ ਜਦੋਂ ਹਵਾ ਚੱਲਦੀ ਹੈ ਤੇ ਬੇਰੀ ਜਦੋਂ ਝੂਲਦੀ ਆ ਤੇ ਲਾਗੇ ਜੇ ਕਿਤੇ ਕੋਈ ਕੇਲਿਆਂ ਦਾ ਰੁੱਖ ਹੋਵੇ ਨਾ, ਉਹਦੇ ਪੱਤੇ ਵੀ ਉਹਦੇ ਕੰਡਿਆਂ ਦੇ ਨਾਲ ਚੀਰੇ ਜਾਂਦੇ ਆ, ਕੱਟੇ ਜਾਂਦੇ ਆ, ਉਹਦੇ ਤੇ ਵੀ ਜਿਹੜਾ ਆ ਉਹ ਅਸਰ ਪਾਉਂਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਸਾਗਤ ਐਸਾ ਹੈ ਜੈਸੀ ਲਸਣ ਕੀ ਖਾਣ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਗਾਹ। ਐਸਾ ਹੁੰਦਾ ਸਾਗਤ ਜਿਹੜਾ ਭਾਵੇਂ ਲਸਣ ਜਿਹੜਾ ਹੁੰਦਾ ਨਾ, ਕੋਨੇ ਤੇ ਬਹਿ ਕੇ ਖਾਧਾ ਜਾਵੇ, ਕਿਤੇ ਵੀ ਬੰਦਾ ਬੈਠ ਕੇ ਖਾ ਲਵੇ ਲਸਣ ਤੇ ਕਿਸੇ ਨੂੰ ਦੱਸੇ ਨਾ, ਪਰ ਫਿਰ ਵੀ ਉਹਦੀ ਸਮੈਲ, ਜਦੋਂ ਮਨੁੱਖ ਕਿਸੇ ਨਾਲ ਗੱਲ ਕਰਦਾ ਉਹਦੀ ਸਮੈਲ ਆ ਹੀ ਜਾਂਦੀ ਹੈ। ਇਸੇ ਤਰ੍ਹਾਂ ਸਾਗਤ ਮਨੁੱਖਾਂ ਦਾ ਜੀਵਨ ਇਸ ਤਰ੍ਹਾਂ ਹੁੰਦਾ ਹੈ ਕਿ ਜਿੱਥੇ ਵੀ ਬੈਠੇ ਹੋਣ ਉੱਥੇ ਪਤਾ ਲੱਗ ਹੀ ਜਾਂਦਾ ਕਿ ਭਾਈ ਇਹ ਪਰਮੇਸ਼ਰ ਤੋਂ ਟੁੱਟਿਆ, ਇਹ ਤਾਂ ਨਿੰਦਿਆ ਹੀ ਕਰਨ ਤੇ ਨੇ ਟੱਕ ਚਾੜਿਆ। ਜੇ ਕੋਈ ਪਰਮੇਸ਼ਰ ਦਾ ਨਾਮ ਜਪਦਾ ਉਹਨੂੰ ਜਪਣ ਨਹੀਂ ਦਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਮੁਖ ਆਵਤ ਤਾਕੈ ਦੁਰਗੰਧ, ਉਹਨਾਂ ਦੇ ਮੂੰਹ ਦੇ ਵਿੱਚੋਂ ਦੁਰਗੰਧ ਆਉਂਦੀ ਹੈ ਨਿੰਦਿਆ ਰੂਪੀ। ਉਹ ਹਰ ਗੱਲ ਦੇ ਉੱਤੇ ਕਿੰਤੂ ਪਰੰਤੂ, ਇਹ ਕਿਉਂ ਹੈ, ਇਹ ਕਿਉਂ ਹੈ, ਨਾਮ ਕਿਉਂ ਜਪਣਾ ਚਾਹੀਦਾ, ਨਾਮ ਜਪਣ ਨਾਲ ਕੀ ਹੋ ਜਾਂਦਾ,
ਨਾਮ ਜਪਣ ਨਾਲ ਜੇ ਦੁੱਖ ਚਲੇ ਜਾਂਦੇ ਫਿਰ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਕਿਉਂ ਬਹਿਣਾ ਪੈਂਦਾ, ਨਾਮ ਜਪਣ ਨਾਲ ਦੁੱਖ ਚਲੇ ਜਾਂਦੇ ਫਿਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਿਉਂ ਲੈਂਦਾ। ਇਸ ਤਰ੍ਹਾਂ ਦੇ ਤਰਕ ਦਿੰਦੇ ਉਹ ਮਨੁੱਖ, ਇਹਨਾਂ ਇੱਦਾਂ ਦੀ ਨਿੰਦਿਆ ਕਰਦੇ। ਇਸ ਕਰਕੇ ਮਹਾਰਾਜ ਕਹਿੰਦੇ ਮੁਖ ਆਵਤ ਤਾਕੈ ਦੁਰਗੰਧ, ਉਹਨਾਂ ਦੇ ਮੂੰਹ ਦੇ ਵਿੱਚੋਂ ਭੈੜੀ ਦੁਰਗੰਧ ਆਉਂਦੀ ਹੈ ਨਿੰਦਿਆ ਦੀ। ਉਹ ਨਾ ਤੇ ਆਪ ਜੁੜੇ ਹੁੰਦੇ ਆ ਤੇ ਜਿਹੜਾ ਜੁੜਨਾ ਹੁੰਦਾ ਉਹਨਾਂ ਨੂੰ ਹੀ ਹਟਾ ਦਿੰਦੇ ਆ। ਇਸ ਤਰ੍ਹਾਂ ਦੇ ਉਹ ਮਨੁੱਖ ਹੁੰਦੇ ਆ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮਹਾਰਾਜ ਕਹਿੰਦੇ ਉਹਨਾਂ ਮਨੁੱਖਾਂ ਦਾ ਜੀਵਨ ਨਾ ਬਿਨਾਂ ਸਿਮਰਨ ਤੋਂ ਦਿਨ ਰਹਿਣ ਬਿਰਥਾ ਬਿਹਾਏ, ਬਿਰਥੀ ਲੰਘ ਜਾਂਦੇ ਆ। ਦਿਨ ਵੀ ਬਿਰਥਾ ਲੰਘ ਜਾਂਦਾ ਵਿਕਾਰਾਂ ਦੇ ਵਿੱਚ ਹੀ, ਤੇ ਰਹਿਣ ਵੀ ਬਿਰਥੀ ਲੰਘ ਜਾਂਦੀ ਹੈ। ਮੇਘ ਬਿਨਾ ਜਿਉਂ ਖੇਤੀ ਜਾਏ, ਮਹਾਰਾਜ ਕਹਿੰਦੇ ਮੇਘ, ਮੇਘ ਦਾ ਅਰਥ ਹੁੰਦਾ ਹੈ ਵਰਖਾ, ਬੱਦਲ। ਮੇਘ ਬਿਨਾ ਜਿਉਂ ਖੇਤੀ ਜਾਏ, ਜਿਵੇਂ ਬਿਨਾ ਬਾਰਿਸ਼ ਤੋਂ ਖੇਤੀ ਸੁੱਕ ਜਾਂਦੀ ਹੈ ਨਾ। ਕਿਸੇ ਨੇ ਖੇਤੀਬਾੜੀ ਜੋ ਕਰਦੇ ਹਨ, ਜਦੋਂ ਉਹਨਾਂ ਨੂੰ ਪਤਾ ਹੁੰਦਾ ਕਿ ਬਾਰਿਸ਼ਾਂ ਦਾ ਮਹੀਨਾ ਇਹ ਹੈ ਤੇ ਉਸ ਹਿਸਾਬ ਦੇ ਨਾਲ ਫਸਲ ਬੀਜ ਲੈਂਦੇ ਆ। ਪਰ ਕਿਤੇ ਪਰਮੇਸ਼ਰ ਦੀ ਐਸੀ ਵਿਧ ਬਣੇ ਕਿ ਬਾਰਿਸ਼ ਪਵੇ ਨਾ, ਤੇ ਉਹ ਜਿਹੜੀ ਬੀਜੀ ਹੋਈ ਖੇਤੀ ਹੁੰਦੀ ਆ ਉਹ ਉੱਗਦੀ ਨਹੀਂ, ਹਰੀ ਨਹੀਂ ਹੁੰਦੀ, ਉਹ ਸਗੋਂ ਸੁੱਕ ਜਾਂਦੀ ਹੈ। ਮਹਾਰਾਜ ਕਹਿੰਦੇ ਇਹਨਾਂ ਦਾ ਜੀਵਨ ਐਸਾ ਹੁੰਦਾ ਹੈ ਸਿਮਰਨ ਤੋਂ ਬਿਨਾਂ, ਜਿਵੇਂ ਖੇਤੀ ਸੁੱਕ ਜਾਂਦੀ ਹੈ ਨਾ, ਇਸ ਤਰ੍ਹਾਂ ਇਹਨਾਂ ਦਾ ਜੀਵਨ ਸੁੱਕ ਜਾਂਦਾ। ਦਿਨ ਰਹਿਣ ਬਿਰਥਾ ਬਿਹਾਏ, ਬਿਰਥਾ ਹੋ ਜਾਂਦਾ ਇਹਨਾਂ ਦਾ ਜੀਵਨ ਮਨੁੱਖਾਂ ਦਾ, ਜਿਹੜੇ ਪਰਮੇਸ਼ਰ ਨੂੰ ਜਪਦੇ ਹੀ ਨਹੀਂ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਮਹਾਰਾਜ ਕਹਿੰਦੇ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਧਰਤੀ ਦੀ ਪਾਲਣਾ ਕਰਨ ਵਾਲਾ ਗੋਬਿੰਦ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ, ਉਹਦੇ ਭਜਨ ਸਿਮਰਨ ਤੋਂ ਬਿਨਾਂ ਬਗੈਰ ਸਭ ਕਾਮ, ਸਾਰੇ ਕੰਮ ਜਿਹੜੇ ਹਨ ਵਿਅਰਥ ਹਨ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਸਾਰੇ ਕੰਮ ਵਿਅਰਥ ਹਨ ਪਰਮੇਸ਼ਰ ਦੇ ਭਜਨ ਤੋਂ ਬਿਨਾਂ। ਜਿੰਨੇ ਮਰਜ਼ੀ ਮਨੁੱਖ ਸੰਸਾਰ ਦੇ ਕਾਰ ਵਿਹਾਰ ਕਰੀ ਜਾਵੇ, ਪਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜੇ ਹਨ ਉਹ ਬਿਰਥੇ ਹਨ। ਜੇ ਪਰਮੇਸ਼ਰ ਦਾ ਨਾਮ ਲੈਂਦਾ ਹੀ ਨਹੀਂ ਹੈ, ਯਾਦ ਹੀ ਨਹੀਂ ਕਰਦਾ ਪਰਮੇਸ਼ਰ। ਜਿਉ ਕਿਰਪਨ ਕੇ ਨਿਰਾਰਥ ਦਾ, ਜਿਵੇਂ ਕਿਰਪਨ ਦਾ ਅਰਥ ਹੁੰਦਾ ਹੈ ਸੂ ਮਨੁੱਖ ਜਿਹੜਾ ਕੰਜੂਸ ਹੁੰਦਾ ਹੈ, ਤੇ ਕੰਜੂਸ ਮਨੁੱਖ ਆਪਣਾ ਧਨ ਸਾਂਭ ਕੇ ਰੱਖਦਾ ਹੈ, ਪਰ ਉਹਦੇ ਵੀ ਨਾ ਉਹਦੇ ਕੰਮ ਆਉਂਦਾ ਤੇ ਨਾ ਹੀ ਕਿਸੇ ਹੋਰ ਨਾਲ ਲੋਕਾਂ ਦੇ ਕੰਮ ਆਉਂਦਾ। ਉਹ ਫਿਰ ਜਦੋਂ ਮਰਦਾ ਤੇ ਫਿਰ ਉਹਦੇ ਪਰਿਵਾਰ ਦੇ ਕੰਮ ਆਉਂਦਾ, ਫਿਰ ਪਰਿਵਾਰ ਖਰਚਾ ਕਰਦਾ। ਕਿਤੇ ਕੋਈ ਐਸਾ ਕੰਜੂਸ ਮਨੁੱਖ ਹੋਵੇ, ਉਹਦੇ ਕੋਲ ਧਨ ਬਹੁਤ ਹੋਵੇ ਤੇ ਆਪ ਵੀ ਉਹ ਕੱਪੜੇ ਪਾਟੇ ਪਾਈ ਫਿਰੇ, ਆਖੇ ਮੇਰੇ ਕੋਲ ਹੈ ਹੀ ਨਹੀਂ, ਤੇ ਧਨ ਦਬਾ ਕੇ ਰੱਖੇ ਘਰ ਦੇ ਵਿੱਚ, ਕਿਸੇ ਨੂੰ ਦਵੇ ਨਾ, ਨਾ ਆਪ ਵਰਤੇ ਨਾ ਕਿਸੇ ਨੂੰ ਵਰਤਨ ਦਵੇ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੈ ਜਿਹੜੇ ਮਨੁੱਖ ਪਰਮੇਸ਼ਰ ਦਾ ਭਜਨ ਨਹੀਂ ਕਰਦੇ, ਜਿਉਂ ਕਿਰਪਨ ਕੇ ਨਿਰਾਰਥ ਦਾਮ, ਨਾ ਤੇ ਉਹਨਾਂ ਦਾ ਉਸ ਧਨ ਦੇ ਨਾਲ ਕਿਸੇ ਕੰਜੂਸ ਦਾ ਗੁਜ਼ਾਰਾ ਹੁੰਦਾ ਹੈ, ਨਾ ਕਿ ਉਸ ਕੰਜੂਸ ਦੇ ਕਿਸੇ ਕੰਮ ਆਉਂਦਾ ਹੈ, ਤੇ ਨਾ ਹੀ ਉਹ ਜਿਹੜਾ ਧਨ ਸੰਸਾਰ ਦੇ ਲੋਕਾਂ ਤੇ ਨਾ ਜਾਣ ਉਹਦੇ ਪਰਿਵਾਰ ਦੇ ਕੰਮ ਆਉਂਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੁੰਦਾ ਹੈ ਜਿਹੜੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ, ਉਹਦਾ ਜੀਵਨ ਇਸ ਤਰ੍ਹਾਂ ਬਿਰਥਾ ਚਲਾ ਜਾਂਦਾ, ਕੰਮ ਬਿਰਥੇ ਚਲੇ ਜਾਂਦੇ ਆ। ਨਾ ਤੇ ਉਹ ਆਪ ਜਪਦਾ ਹੈ ਤੇ ਨਾ ਹੀ ਉਹ ਆਪਣੇ ਕਿਸੇ ਹੋਰ ਨੂੰ ਜਪਣ ਲਈ ਕਹਿੰਦਾ। ਐਸਾ ਹੁੰਦਾ ਹੈ ਸਾਖਤ। ਧਨ ਧਨ ਤੇ ਜਨ ਜਿਹੇ ਘਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਕਹਿੰਦੇ ਆ ਧਨ ਧਨ ਹਨ ਉਹ ਪੁਰਖ, ਧਨ ਧਨ ਉਹ ਜਨ ਉਹ ਮਨੁੱਖ, ਧਨਤਾ ਦੇ ਯੋਗ ਹਨ। ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ। ਜੇ ਘਟ ਵਸਿਆ ਹਰ ਨਾਉ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਗਿਆ, ਉਹ ਧਨਤਾ ਦੇ ਯੋਗ ਹਨ ਉਹ ਮਨੁੱਖ। ਨਾਨਕ ਤਾਕੈ ਬਲ ਬਲ ਜਾਓ। ਮਹਾਰਾਜ ਕਹਿੰਦੇ ਕਿ ਮੈਂ ਉਹਨਾਂ ਦੇ ਉੱਤੋਂ ਬਲਹਾਰਨੇ ਜਾਣਾ, ਕੁਰਬਾਨ ਜਾਣਾ ਉਹਨਾਂ ਮਨੁੱਖਾਂ ਦੇ ਉੱਤੇ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਗਿਆ, ਜਿਹੜੇ ਸਦਾ ਹੀ ਪਰਮੇਸ਼ਰ ਦਾ ਨਾਮ ਸਿਮਰਦੇ ਰਹਿੰਦੇ ਆ। ਉਹ ਇਹ ਨਹੀਂ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੇ ਨਾਲ ਕੁਛ ਪ੍ਰਾਪਤ ਨਹੀਂ, ਉਹ ਕਹਿੰਦੇ ਆ ਭਾਈ ਆਓ ਪਰਮੇਸ਼ਰ ਦਾ ਨਾਮ ਜਪੀਏ, ਰਲ ਮਿਲ ਕੇ ਬੈਠ ਕੇ ਪਰਮੇਸ਼ਰ ਨੂੰ ਯਾਦ ਕਰੀਏ। ਪਰਮੇਸ਼ਰ ਦੇ ਅੰਦਰ ਹੀ ਸਾਰੇ ਗੁਣ ਹਨ, ਵਿਕਾਰਾਂ ਨੂੰ ਛੱਡੀਏ, ਪਰਮੇਸ਼ਰ ਨੂੰ ਜਪੀਏ। ਉਹ ਆਪ ਵੀ ਜਪਦੇ ਆ ਤੇ ਹੋਰਨਾਂ ਨੂੰ ਜਪਣ ਦੀ ਪ੍ਰੇਰਨਾ ਕਰਦੇ ਆ। ਅਗਲੇ ਪਦੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਹੁਣ ਉੱਪਰਲੀ ਅਸ਼ਟਪਦੀ 'ਚ ਸਾਖਤ ਮਨੁੱਖ ਦੀ ਗੱਲ ਕੀਤੀ ਹੈ, ਤੇ ਇਹਦੇ ਵਿੱਚ ਪਖੰਡੀ ਲੋਕਾਂ ਦੀ ਗੱਲ ਕੀਤੀ ਆ, ਜਿਹੜੇ ਢੋਂਗ ਕਰਦੇ ਕਿ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ, ਅਸੀਂ ਸਿਮਰਦੇ।
ਜਿਹੜੇ ਢੋਂਗ ਕਰਦੇ ਆ, ਜਿਹੜੇ ਲੋਕਾਂ ਨੂੰ ਦਿਖਾਵਾ ਕਰ ਕਰ ਦਿਖਾਉਂਦੇ ਆ, ਤਰ੍ਹਾਂ ਤਰ੍ਹਾਂ ਦੀਆਂ ਸਮਾਧੀਆਂ ਬਣਾ ਬਣਾ ਕੇ ਅੱਖਾਂ ਮੀਟ ਕੇ ਬੈਠ ਕੇ, ਤੇ ਮਾਰੇ ਕਹਿੰਦੇ ਉਹਨਾਂ ਦੀ ਕੀ, ਉਹਨਾਂ ਦੀ ਹਸਤੀ ਹੈ ਕਿਵੇਂ ਦੇ ਉਹ ਹਨ। ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਉਹਨਾਂ ਦੀ ਹੋਰ ਹੈ, ਕਰਮ ਉਹਨਾਂ ਦੇ ਹੋਰ ਹਨ, ਪਰ ਕਮਾਉਂਦੇ ਅਵਰ ਕਮਾਵਤ, ਕਮਾਉਂਦੇ ਕੁਛ ਹੋਰ ਆ। ਜੀਵਾਂ ਨੂੰ ਹੋਰ ਕਰਕੇ ਵਿਖਾਉਂਦੇ ਆ, ਅੰਦਰੋਂ ਕਰਮ ਹੋਰ ਕਰਦੇ ਆ ਤੇ ਬਾਹਰੋਂ ਉਹਨਾਂ ਦੇ ਕਰਮ ਹੋਰ ਹੁੰਦੇ ਆ। ਰਹਿਤ ਅਵਰ ਕਛ ਅਵਰ ਕਮਾਵਤ, ਕਹਿੰਦੇ ਆ ਸਾਰਿਆਂ ਨੂੰ ਕਿ ਪਰਮੇਸ਼ਰ ਦਾ ਨਾਮ ਸਿਮਰੋ, ਬਾਣੀ ਪੜ੍ਹਿਆ ਕਰੋ, ਆਪ ਪੜ੍ਹਦੇ ਨਹੀਂ, ਆਪ ਸਿਮਰਦੇ ਨਹੀਂ ਪਰਮੇਸ਼ਰ ਨੂੰ, ਦੂਸਰਿਆਂ ਨੂੰ ਕਹੀ ਜਾਂਦੇ ਆ ਕਿ ਸਿਮਰੋ, ਪਰਮੇਸ਼ਰ ਨੂੰ ਸਿਮਰਨਾ ਚਾਹੀਦਾ, ਪਰਮੇਸ਼ਰ ਦੇ ਬੜੇ ਵੱਡੇ ਗੁਣ ਹਨ, ਦੂਸਰਿਆਂ ਨੂੰ ਕਮਾਉਣ ਲਈ ਕਹੀ ਜਾਂਦੇ ਆ ਤੇ ਆਪ ਉਹ ਕਾਰਜ ਕਰਦੇ ਹੀ ਨਹੀਂ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਪ੍ਰੀਤ ਨਹੀਂ ਆ ਮਨ ਦੇ ਵਿੱਚ ਪਰਮੇਸ਼ਰ ਦੇ ਨਾਲ, ਤੇ ਮੁੱਖ ਦੇ ਨਾਲ ਗੰਢ ਲਾਉਂਦੇ ਆ, ਮੁੱਖ ਦੇ ਨਾਲ ਹੀ ਪਰਮੇਸ਼ਰ ਨੂੰ ਯਾਦ ਕਰੀ ਜਾਂਦੇ, ਕਹਿੰਦੇ ਵੀ ਪਰਮੇਸ਼ਰ, ਅਸੀਂ ਤੇ ਪਰਮੇਸ਼ਰ ਨੂੰ ਮੂੰਹ ਦੇ ਨਾਲ ਬੜਾ ਹੀ ਯਾਦ ਕਰਦੇ, ਬੜਾ ਸਿਮਰਦੇ, ਸਾਡਾ ਤੇ ਪਿਆਰ ਲੱਗਾ ਹੋਇਆ ਪਰਮੇਸ਼ਰ ਨਾਲ। ਕਈ ਐਸੇ ਵੀ ਹੁੰਦੇ ਆ ਜਿਹੜੇ ਲੋਕਾਂ ਨੂੰ ਦਿਖਾਉਣ ਵਾਸਤੇ ਐਸੇ ਹੁੰਦੇ ਆ, ਸਿਮਰਨ ਕਰਦੇ ਕਰਦੇ ਰੋਣ ਲੱਗ ਪੈਂਦੇ ਆ ਕਿ ਅਸੀਂ ਬੜੇ ਧੰਨ ਪਰਮੇਸ਼ਰ ਦੇ ਨਾਲ ਜੁੜੇ ਹੋਏ ਆ, ਅੱਖਾਂ 'ਚੋਂ ਨੀਰ ਵਹਾ ਵਹਾ ਕੇ। ਮਹਾਰਾਜ ਨੇ ਕਿਹਾ ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੋਇਆ ਹੈ। 33 ਸਵਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਉਂ ਲੋਕਾਂ ਨੂੰ ਮੈਂ ਪਖੰਡ ਕਰ ਕਰ ਦਿਖਾਈ ਜਾਂਦਾ, ਤੇ ਆਪਣੀ ਤੇਰੀ ਪੱਤ ਖੋਈ ਜਾਣੀ ਹੈ, ਜਮਾ ਨੇ ਖੋਹ ਲੈਣੀ ਹੈ, ਤੂੰ ਕਿਉਂ ਦੂਸਰਿਆਂ ਨੂੰ ਪਖੰਡ ਕਰ ਕਰਕੇ ਵਿਖਾਉਣਾ। ਐਸੇ ਹੁੰਦੇ ਆ ਕਈ ਮਨੁੱਖ, ਮਾਨੀ ਪ੍ਰੀਤ ਮੁੱਖੋਂ ਗੰਢ ਲਾਵਤ, ਮੁੱਖ ਤੋਂ ਐਸੇ ਹੁੰਦੇ ਆ, ਮੁੱਖ ਤੇ ਪੜਤਾ ਟੀਕਾ ਸਾਹਿਬ, ਮਨ ਦੇ ਵਿੱਚ ਪ੍ਰੀਤ ਨਹੀਂ ਹੁੰਦੀ, ਮੁੱਖ ਤੋਂ ਬੜੇ ਵੱਡੇ ਵੱਡੇ ਵਿਆਖਿਆਕਾਰ ਬਣੇ ਹੁੰਦੇ ਆ ਕਿ ਮੈਂ ਇਹ, ਮੈਨੂੰ ਆ ਵੀ ਆਉਂਦਾ, ਮੈਨੂੰ ਇਹ ਵੀ ਆਉਂਦਾ। ਮਨ ਦੇ ਵਿੱਚ ਪ੍ਰੀਤ ਨਹੀਂ ਹੁੰਦੀ, ਤੇ ਕੀਰਤਨ ਬੜਾ ਕਰਦੇ ਆ ਕਿ ਮੈਂ ਬਹੁਤ ਕੀਰਤਨੀ ਆ, ਮੈਨੂੰ ਬਹੁਤ ਸੋਹਣੇ ਸ਼ਬਦ ਆਉਂਦੇ, ਮੈਂ ਬੜੇ ਪਿਆਰ ਵਾਲੇ ਸ਼ਬਦ ਗਾਉਣਾ, ਪਰ ਮਨ 'ਚ ਪ੍ਰੀਤ ਨਹੀਂ ਹੁੰਦੀ ਇਹਨਾਂ ਦੀ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮੁੱਖੋਂ ਗਾਉਂਦੇ ਆ, ਉੱਚੀ ਉੱਚੀ ਸਾਰੀ ਗਾਉਂਦੇ ਆ, ਤੇ ਇੱਥੋਂ ਤੱਕ ਗਾਉਂਦੇ ਗਾਉਂਦੇ ਰੋਣ ਵੀ ਲੱਗ ਪੈਂਦੀ ਆ ਕਿ ਸਾਡੇ ਅੰਦਰ ਪ੍ਰੀਤ ਬੜੀ ਹੈ। ਮਹਾਰਾਜ ਕਹਿੰਦੇ ਪਰ ਪ੍ਰੀਤ ਨਹੀਂ ਹੁੰਦੀ ਮਨ ਦੇ ਵਿੱਚ, ਬਸ ਮੁੱਖ ਤੋਂ ਹੀ ਪਰਮੇਸ਼ਰ ਨਾਲ ਗੰਢਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਜਾਣਨ ਹਾਰ ਪ੍ਰਭੂ ਪਰਬੀਨ, ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਆ ਨਾ, ਅਕਾਲ ਪੁਰਖ, ਉਹ ਸਾਰਿਆਂ ਦੇ ਹਿਰਦਿਆਂ ਦੀ ਜਾਣਨਹਾਰ ਹੈ ਪ੍ਰਭੂ ਪਰਮੇਸ਼ਰ। ਜਾਣਨਹਾਰ ਪ੍ਰਭੂ ਪਰਬੀਨ, ਪਰਬੀਨ ਚਤੁਰ, ਉਹ ਜਾਣਦਾ ਹੈ ਸਾਰਿਆਂ ਨੂੰ। ਬਾਹਰ ਭੇਖ ਨਾ ਕਾਹੂ ਭੀਨ, ਉਹ ਜਾਣਦਾ ਹੈ ਕਿ ਭਾਈ ਕੌਣ ਬਾਹਰੋਂ ਭੇਖ ਕਰਦਾ ਹੈ ਤੇ ਕਿਹੜਾ ਅੰਦਰੋਂ ਭਿੱਜਿਆ ਹੈ, ਕਿਹੜਾ ਨਹੀਂ ਭਿੱਜਿਆ। ਬਾਹਰ ਭੇਖ ਨਾ ਕਾਹੂ ਭੀਨ, ਬਾਹਰੋਂ ਦਿਖਾਵੇ ਵਾਲੇ ਕਿਹੜੇ ਹਨ ਤੇ ਕਿਹੜੇ ਅੰਦਰੋਂ ਜਿਹੜੇ ਆ ਉਹ ਭਿੱਜਦੇ ਨਹੀਂ ਹਨ। ਪਰਮੇਸ਼ਰ ਸਾਰਾ ਕੁਝ ਜਾਣਦਾ। ਜਾਣਨਹਾਰ ਪ੍ਰਭੂ ਪਰਬੀਨ, ਉਹ ਪਰਮੇਸ਼ਰ ਜਾਣਨਹਾਰ ਆ, ਉਹ ਮਨੁੱਖ ਦੇ ਨਾਲੋਂ ਵੀ ਸਿਆਣਾ ਹੈ। ਬਾਹਰ ਭੇਖ ਨਾ ਕਾਹੂ ਭੀਨ, ਬਾਹਰਲੇ ਪਹਿਰਾਵੇ ਸਾਧੂਆਂ ਵਾਲੇ ਤੇ ਅੰਦਰ ਜਿਹੜਾ ਹੈ ਕਿਹਦੇ ਵਿਕਾਰ ਹਨ, ਉਹ ਪਰਮੇਸ਼ਰ ਜਾਣਦਾ ਹੈ। ਵਾਹਿਗੁਰੂ। ਹਾਂਜੀ, ਅਵਰ ਉਪਦੇਸੈ ਆਪ ਨਾ ਕਰੈ, ਮਾਰੇ ਕਹਿੰਦੇ ਹੋਰਾਂ ਨੂੰ ਉਪਦੇਸ਼ ਦਿੰਦਾ ਫਿਰਦਾ ਤੇ ਆਪ ਕਮਾਉਂਦਾ ਨਹੀਂ ਹੈ। ਹੋਰਾਂ ਨੂੰ ਕਹਿੰਦਾ ਜੀ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ, ਸਤ ਸੰਗਤ 'ਚ ਆਇਆ ਕਰੋ, ਤੇ ਆਪ ਕਦੀ ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ 'ਚ ਗਿਆ ਹੀ ਨਹੀਂ ਹੁੰਦਾ। ਅਵਰ ਉਪਦੇਸੈ ਆਪ ਨਾ ਕਰੇ, ਆਪ ਕਰਦਾ ਹੀ ਨਹੀਂ। ਆਵਤ ਜਾਵਤ ਜਨਮੈ ਮਰੈ, ਮਹਾਰਾਜ ਕਹਿੰਦੇ ਆਉਂਦਾ ਜਾਂਦਾ ਰਹਿੰਦਾ, ਉਹ ਜਨਮ ਦੇ ਵਿੱਚ ਜਿਉਂਦਾ ਹੈ ਤੇ ਮਰਦਾ ਰਹਿੰਦਾ ਹਰ ਵੇਲੇ। ਐਸਾ ਉਹ ਜੂਨਾਂ ਦੇ ਵਿੱਚ ਭਟਕਦਾ ਮਨੁੱਖ ਜਿਹੜਾ ਆਪ ਕਮਾਉਂਦਾ ਨਹੀਂ ਤੇ ਦੂਸਰਿਆਂ ਨੂੰ ਉਪਦੇਸ਼ ਦਿੰਦਾ ਫਿਰਦਾ। ਅਵਰ ਉਪਦੇਸੈ ਆਪ ਨਾ ਕਰੇ, ਇਹ ਉਹ ਸਾਰੀ ਧਾਰਮਿਕ ਸ਼੍ਰੇਣੀ ਦੀ ਗੱਲ ਕੀਤੀ ਆ, ਜਿਹੜੀਆਂ ਸ਼੍ਰੇਣੀਆਂ ਪਰਮੇਸ਼ਰ ਦੇ ਨਾਮ ਦੇ ਬਾਰੇ ਕਹੀ ਜਾਂਦੀਆਂ। ਭਾਈ ਤੁਸੀਂ ਜਪੋ, ਸਾਡੇ ਵਰਗੇ ਪ੍ਰਚਾਰਕ ਜਿਹੜੇ ਹੁੰਦੇ ਸਟੇਜਾਂ ਤੋਂ ਉੱਚੀ ਉੱਚੀ ਕਹਿੰਦੇ ਆ ਨਾ, ਭਾਈ ਪਰਮੇਸ਼ਰ ਦਾ ਨਾਮ ਜਪਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਬਾਣੀ ਪੜ੍ਹਿਆ ਕਰੋ, ਪਰ ਆਪ ਕਦੀ ਬਾਣੀ ਪੜ੍ਹੀ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੀ ਗੱਲ ਕੀਤੀ ਆ, ਆਪ ਉਪਦੇਸ਼ ਹੈ, ਆਪ ਦੂਸਰਿਆਂ ਨੂੰ ਉਪਦੇਸ਼ ਦਿੰਦੇ ਫਿਰਦੇ ਆ ਕਿ ਭਾਈ ਜਪੋ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠਿਆ ਕਰੋ, ਬਾਣੀ ਪੜ੍ਹਿਆ ਕਰੋ, ਤੇ ਆਪ ਉਹਨਾਂ ਦਾ ਜੀਵਨ ਜਿਹੜਾ ਹੁੰਦਾ ਹੈ ਉਹ ਨਿਘਾਰ ਵੱਲ ਗਿਆ ਹੁੰਦਾ, ਆਪ ਕਦੀ ਅੰਮ੍ਰਿਤ ਵੇਲੇ ਉੱਠੇ ਨਹੀਂ ਹੁੰਦੇ। ਆਵਤ ਜਾਵਤ ਜਨਮੈ ਮਰੇ, ਮਾਰੇ ਕਹਿੰਦੇ ਐਸਾ ਉਹਨਾਂ ਦਾ ਜੀਵਨ ਹੁੰਦਾ ਹੈ। ਫਿਰ ਪਰਮੇਸ਼ਰ ਉਹਨਾਂ ਨੂੰ ਇਹੋ ਜਿਹੇ ਰਸਤੇ ਪਾਉਂਦਾ ਹੈ ਕਿ ਉਹ ਆਉਂਦੇ ਰਹਿੰਦੇ ਆ, ਜਾਂਦੇ ਰਹਿੰਦੇ ਆ, ਵਾਰ-ਵਾਰ ਜਨਮ ਲੈਂਦੇ ਆ, ਮਰਦੇ ਆ।
ऐसे जूना च परमेश्वर भटकाउंदा उन्हां नूं। जिसकै अंतर बसै निरंकार, तिसकी सीख तरै संसार। मारे कहते जिहदे अंदर, जिस मनुख के हिरदे दे विच परमेश्वर का नाम वस गया, जिसके अंतर बसै निरंकार, जिस दे हिरदे दे विच निरंकार परमेश्वर वस जाता है, जिसकी सीख तरह संसार, ਉਹਦੀ ਸਿੱਖਿਆ ਦੇ ਨਾਲ, ਉਹਦੇ ਦਿੱਤੇ ਉਪਦੇਸ਼ ਦੇ ਨਾਲ ਸੰਸਾਰ ਤਰ ਜਾਂਦਾ ਹੈ। ਉਹ ਜਿਹਨੂੰ ਵੀ ਕਹਿੰਦਾ ਹੈ ਨਾ ਭਾਈ ਨਾਮ ਜਪਿਆ ਕਰੋ, ਉਹ 'ਤੇ ਬੜਾ ਹੀ ਅਸਰ ਹੁੰਦਾ ਹੈ। ਉਹ ਮਨੁੱਖ ਜਪਣਾ ਸ਼ੁਰੂ ਕਰ ਦਿੰਦੇ ਆ। ਉਹ ਜਿਹਨੂੰ ਕਹਿੰਦਾ ਹੈ ਭਾਈ ਜਪਿਆ ਕਰੋ ਨਾਮ ਨਿਰੰਕਾਰ ਪਰਮੇਸ਼ਰ ਦਾ, ਉਹ ਫਿਰ ਜਪਣ ਲੱਗ ਪੈਂਦੇ ਆ। ਉਹਨਾਂ ਦੇ ਉੱਤੇ ਬੜਾ ਪ੍ਰਭਾਵ ਪੈਂਦਾ ਹੈ। ਮਹਾਰਾਜ ਕਹਿੰਦੇ ਜਿਸਕੇ ਅੰਦਰ ਬਸੈ ਨਿਰੰਕਾਰ, ਜਿਹਦੇ ਅੰਦਰ ਵਸਦਾ ਹੈ ਪਰਮੇਸ਼ਰ, ਤਿਸਕੀ ਸੀਖ ਤਰੈ ਸੰਸਾਰ, ਉਹਦੀ ਸਿੱਖਿਆ ਦੁਆਰਾ, ਉਹਦਾ ਅੰਮ੍ਰਿਤ ਵੇਲੇ ਉੱਠਣਾ ਵੇਖ ਕੇ, ਸਿਮਰਨ ਦੇਖ ਕੇ ਸੰਸਾਰ ਨੂੰ ਵੀ ਰੀਤ ਆਉਂਦੀ ਹੈ ਕਿ ਭਾਈ ਇਹ ਮਨੁੱਖ ਵੀ ਅੰਮ੍ਰਿਤ ਵੇਲੇ ਉੱਠਦਾ, ਪਰਮੇਸ਼ਰ ਨੂੰ ਸਿਮਰਦਾ, ਤੇ ਅਸੀਂ ਵੀ ਸਿਮਰੀਏ। ਤਿਸਕੀ ਸੀਖ ਤਰੇ ਸੰਸਾਰ, ਉਹਦੀ ਸਿੱਖਿਆ ਦੇ ਨਾਲ ਸੰਸਾਰ ਜਿਹੜਾ ਉਹ ਵੀ ਤਰਨਾ ਸਿੱਖ ਲੈਂਦਾ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਇਹ ਪਰਮੇਸ਼ਰ ਜੋ ਜਿਹੜੇ ਪੁਰਖ ਤੁਹਾਨੂੰ ਭਾਨੇ ਦਾ ਅਰਥ ਹੁੰਦਾ ਭਾਏ, ਜਿਹੜੇ ਤੁਹਾਨੂੰ ਭਾ ਗਏ, ਤਿੰਨ ਪ੍ਰਭ ਜਾਤਾ, ਜਿਹੜੇ ਮਨੁੱਖਾਂ ਨੇ, ਜਿਹੜੇ ਮਨੁੱਖ ਆਪ ਜੀ ਨੂੰ ਭਾ ਗਏ, ਉਹਨਾਂ ਨੇ ਆਪ ਜੀ ਨੂੰ ਜਾਣਿਆ। ਤਿੰਨ ਪ੍ਰਭ ਜਾਤਾ, ਉਹਨਾਂ ਨੂੰ ਹੀ ਪ੍ਰਭੂ ਦਾ ਪਤਾ ਲੱਗਾ ਹੈ, ਉਹੀ ਪਰਮੇਸ਼ਰ ਨੂੰ ਜਾਣ ਸਕੇ ਹਨ। ਨਾਨਕ ਉਨ ਜਨ ਚਰਨ ਪਰਾਤਾ, ਮਹਾਰਾਜ ਕਹਿੰਦੇ ਕਿ ਮੈਂ ਉਹਨਾਂ ਦੇ ਚਰਨ ਜਿਹੜੇ ਆ ਪਰਾਤਾ ਧਿਆਨ ਕਰਦਾ ਉਹਨਾਂ ਦੇ ਪੈਰਾਂ ਦਾ। ਵਾਹਿਗੁਰੂ, ਮੈਂ ਉਹਨਾਂ ਦੇ ਚਰਨ ਜਿਹੜੇ ਹਨ ਉਹਨਾਂ ਨੂੰ ਪਰਾਤਾ ਪਛਾਣਿਆ ਹੈ। ਮੈਂ ਉਹਨਾਂ ਦੇ ਚਰਨ ਫੜੇ ਹਨ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ। ਨਾਨਕ ਉਨ ਜਨ ਚਰਨ ਪਰਾਤਾ, ਉਹਨਾਂ ਜਨਾਂ ਦੇ, ਉਹਨਾਂ ਮਨੁੱਖਾਂ ਦੇ ਜਿਹੜੇ ਜਪਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਪਛਾਣ ਲਿਆ। ਚਰਨ ਪਰਾਤਾ, ਮੈਂ ਉਹਨਾਂ ਦੇ ਚਰਨ ਫੜ ਲਏ, ਚਰਨ ਪਛਾਣ ਲਏ, ਚਰਨਾਂ ਦੇ ਵਿੱਚ ਪੈ ਗਿਆ। ਭਾਈ ਸਿੱਖੋ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਿਆ ਹੈ, ਜਿਹੜੇ ਜਪਦੇ ਹਨ, ਉਹ ਜਿਨ੍ਹਾਂ ਦੀ ਸਿੱਖਿਆ ਦੇ ਨਾਲ ਸੰਸਾਰ ਤਰ ਜਾਂਦਾ ਹੈ, ਉਹਨਾਂ ਦੇ ਚਰਨ ਫੜ ਲਓ, ਤੁਹਾਡਾ ਵੀ ਮਹਾਰਾਜ ਕਹਿੰਦੇ ਭਲਾ ਹੋ ਜਾਏਗਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ। ਇਹ ਭਾਈ ਜੇ ਜਨਮ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ ਨਾ, ਤੇ ਪਰਮੇਸ਼ਰ ਅੱਗੇ ਬੇਨਤੀ ਕਰਿਆ ਕਰ, ਪ੍ਰਾਰਥਨਾ ਕਰ, ਜੋ ਪਾਰ ਬ੍ਰਹਮ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਉਹ ਸਾਰਾ ਜਾਣਦਾ, ਸਾਰਿਆਂ ਦੇ ਹਿਰਦਿਆਂ ਦੀ ਜਾਣਦਾ ਹੈ। ਤੇ ਜੇ ਤੂੰ ਵੀ ਮੁਕਤ ਹੋਣਾ ਹੈ ਤੇ ਉਹਦੇ ਅੱਗੇ ਬੇਨਤੀ ਕਰਿਆ ਕਰ। ਆਪਣਾ ਕੀਆ ਆਪਹਿ ਮਾਨੈ, ਉਹ ਪਰਮੇਸ਼ਰ ਨੇ ਜਿਨ੍ਹਾਂ ਨੂੰ ਉਸਨੇ ਆਪਣਾ ਸੇਵਕ ਬਣਾ ਲਿਆ, ਕੀਤਾ ਹੈ, ਬਣਾਇਆ ਹੈ, ਉਹਨਾਂ ਦੀ ਬੇਨਤੀ ਨੂੰ ਆਪ ਮੰਨਦਾ ਹੈ। ਆਪਣਾ ਕੀਆ ਆਪੇ ਮੰਨ, ਜਿਨ੍ਹਾਂ ਨੂੰ ਉਹਨੇ ਆਪਣਾ ਬਣਾ ਲਿਆ ਫਿਰ ਉਹਨਾਂ ਦੀ ਮੰਨਦਾ ਵੀ ਹੈ। ਫਿਰ ਉਹ ਜਦੋਂ ਪਿਆਰ ਨਾਲ ਕਹਿੰਦੀ ਹੈ ਨਾ ਪਰਮੇਸ਼ਰ ਜੀ ਕਿਰਪਾ ਕਰੋ ਸਾਡੇ ਉੱਤੇ, ਤੇ ਫਿਰ ਮਹਾਰਾਜ ਉਹਨਾਂ 'ਤੇ ਕਿਰਪਾ ਕਰਦੇ ਆ, ਫਿਰ ਉਹਨਾਂ ਨੂੰ ਨਾਮਦਾਨ ਬਖਸ਼ ਦਿੰਦੇ ਆ। ਪਰ ਪਹਿਲਾਂ ਬੇਨਤੀ ਕਰਨ ਦੀ ਜਾਚ ਆਉਣੀ ਚਾਹੀਦੀ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਪਹਿਲਾਂ ਉਹਦੇ ਦਾਸ ਬਣਨਾ ਪੈਂਦਾ, ਸੇਵਕ ਉਹਦੇ ਆਪਣੇ ਜਦੋਂ ਬਣ ਗਏ ਤੇ ਫਿਰ ਤੇ ਕੋਈ ਗੱਲ ਪਿੱਛੇ ਰਹਿ ਨਹੀਂ ਗਈ। ਜੋ ਕਹਿੰਦੇ ਆ ਨਾ ਕਿ ਇਹ ਤਾਂ ਮੇਰਾ ਆਪਣਾ, ਕਦੀ ਆਪਣੇ ਨੂੰ ਇਹ ਥੋੜ੍ਹੀ ਕਿਹਾ ਵੀ ਭਾਈ ਤੈਨੂੰ ਰੋਟੀ ਮੈਂ ਕਿਉਂ ਖਵਾਵਾਂ। ਜਦੋਂ ਕਿਸੇ ਨੂੰ ਕਹਿ ਦਈਏ ਭਾਈ ਇਹ ਆਪਣਾ ਹੈ, ਆਪਣੇ ਪਰਿਵਾਰ ਦਾ ਹੈ, ਕਦੀ ਕਿਸੇ ਨੇ ਕਿਹਾ ਕਿ ਭਾਈ ਮੈਂ ਇਹਨੂੰ ਰੋਟੀ ਕਿਉਂ ਖਵਾਵਾਂ, ਕਿਉਂਕਿ ਉਹ ਪਤਾ ਹੁੰਦਾ ਕਿ ਆਪਣਾ ਤੇ ਇਹਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹੈ, ਇਹਨੂੰ ਪੈਸੇ ਵੀ ਦੇਣੇ ਹੈ, ਇਹਨੂੰ ਸਾਰਾ ਕੁਛ, ਕਿਉਂਕਿ ਇਹ ਆਪਣਾ ਹੈ, ਮੇਰੇ ਪਰਿਵਾਰ ਦਾ ਹਿੱਸਾ ਹੈ। ਇਸੇ ਕਰਕੇ ਜਦੋਂ ਅਸੀਂ ਪਰਮੇਸ਼ਰ ਦੇ ਪਿਆਰ ਦੇ ਵਿੱਚ ਆ ਜਾਂਦੇ ਹਾਂ, ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਾਂ, ਆਪਣਾ ਕੀਆ ਆਪੇ ਮੰਨ, ਫਿਰ ਉਹ ਆਪੇ ਬੇਨਤੀ ਪ੍ਰਵਾਨ ਕਰਦਾ, ਫਿਰ ਆਪੇ ਹੀ ਉਹ ਸਾਰਿਆਂ ਨੂੰ ਨਾਮਦਾਨ ਬਖਸ਼ ਦਿੰਦਾ ਜਿਹੜੇ ਉਹਦੇ ਆਪਣੇ ਬਣ ਜਾਂਦੇ। ਆਪਹਿ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ। ਮਹਾਰਾਜ ਕਹਿੰਦੇ ਆ ਉਹ ਪਰਮੇਸ਼ਰ ਜਿਹੜਾ ਆਪੇ ਆਪ ਕਰਤ ਨਿਬੇੜਾ, ਉਹ ਆਪ ਹੀ ਪਰਮੇਸ਼ਰ ਜਿਹੜਾ ਨਿਬੇੜਾ ਭਾਵ ਮਰਨਾ ਕਰਦਾ ਹੈ, ਜੀਵਾਂ ਨੂੰ ਮਾਰਦਾ ਹੈ ਤੇ ਜੀਵਾਂ ਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਲੈ ਆਉਂਦਾ ਹੈ, ਆਪ ਹੀ ਨਿਬੇੜਾ ਕਰਦਾ। ਕਈਆਂ ਨੂੰ ਮੁਕਤੀ ਦੇ ਦਿੰਦਾ ਹੈ, ਕਈਆਂ ਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਲੈ ਆਉਂਦਾ ਹੈ। ਇਸੇ ਤਰ੍ਹਾਂ ਉਹ ਸਾਰੇ ਜੀਵਾਂ ਦਾ ਲੇਖਾ ਆਪ ਹੀ ਕਰਦਾ ਹੈ। ਆਪੇ ਆਪ ਕਰਤ ਨਿਬੇੜਾ,
ਆਪ ਹੀ ਸਾਰਿਆਂ ਦਾ ਨਿਬੇੜਾ ਕਰਦਾ ਹੈ। ਜਿਹੜੇ ਜਪਦੇ ਹਨ ਉਹਨਾਂ ਨੂੰ ਉਹ ਨੇੜੇ ਦਿਖਦਾ ਹੈ, ਤੇ ਜਿਹੜੇ ਨਹੀਂ ਜਪਦੇ ਉਹਨਾਂ ਨੂੰ ਆਪਣੇ ਆਪਾ ਦੂਰ ਦਿਖਾਉਂਦਾ। ਇਸ ਤਰ੍ਹਾਂ ਜਿਹੜੇ ਜਪਦੇ ਹਨ ਉਹਨਾਂ ਨੂੰ ਮੁਕਤ ਕਰ ਦਿੰਦਾ ਨੇੜੇ ਲਿਆ ਕੇ, ਜਿਹੜੇ ਨਹੀਂ ਜਪਦੇ ਹਨ ਉਹਨਾਂ ਨੂੰ ਦੂਰ ਕਰ ਦਿੰਦਾ, ਜੂਨੀਆਂ 'ਚ ਪਾ ਦਿੰਦਾ। ਇਸ ਤਰ੍ਹਾਂ ਪਰਮੇਸ਼ਰ ਆਪ ਹੀ ਸਾਰਾ ਨਿਬੇੜਾ ਕਰਦਾ ਹੈ। ਆਪੇ ਆਪ ਕਰਤ ਨਿਬੇੜਾ, ਕਿਸੇ ਦੂਰ ਕਿਸੇ ਬੁਝਾਵਤ ਨੇਰਾ। ਕਿਸੇ ਨੂੰ ਦੂਰ ਕਰ ਦਿੰਦਾ ਹੈ ਆਪਣੇ ਤੋਂ, ਤੇ ਕਿਸੇ ਨੂੰ ਨੇੜੇ ਲੈ ਆਉਂਦਾ ਹੈ ਆਪਣੇ ਤੇ, ਜਿਹੜਾ ਜਪਦੇ ਹਨ। ਅਵਰ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਕਹਿੰਦੇ ਅਵਰ ਸਿਆਨਪ, ਜਿਹੜੇ ਮਨੁੱਖ ਬੁੱਧੀਆਂ ਦੀ ਸਿਆਣਪ ਕਰਕੇ, ਅਵਰ ਉਪਾਵ ਸਿਆਣਪ, ਉਪਾਵ ਹੁੰਦੇ ਆ ਜਿਹੜੇ ਸਰੀਰ ਕਰਕੇ ਉਪਾਵ ਕਰਦੇ, ਕੋਈ ਤਪ ਕਰਦਾ, ਕੋਈ ਜਪ ਕਰਦਾ, ਕਈ ਤਰ੍ਹਾਂ ਦੀਆਂ ਧੂਣੀਆਂ ਧੋਂਦੇ ਆ, ਕਈ ਤਰ੍ਹਾਂ ਦੇ ਕੰਮ ਕਰਦੇ ਆ ਪਰਮੇਸ਼ਰ ਨੂੰ ਮਿਲਣ ਵਾਸਤੇ, ਉਹ ਉਪਾਵ ਕਰਦੇ ਆ। ਸਿਆਣਪ, ਕਈ ਸਿਆਣਪਾਂ ਵਰਤਦੇ ਆ ਤੀਖਣ ਬੁੱਧੀ ਦੇ ਨਾਲ, ਗ੍ਰੰਥਾਂ ਨੂੰ ਪੜ੍ਹ ਕੇ। ਸਗਲ ਤੇ ਰਹਿਤ, ਮਾਰੇ ਕਹਿੰਦੇ ਜਿਹੜੇ ਮਨੁੱਖ ਉਪਾਵ ਸਿਆਣਪ ਸਗਲ ਤੇ ਰਹਿਤ, ਇਹਨਾਂ ਸਾਰੀਆਂ ਗੱਲਾਂ ਤੋਂ ਰਹਿਤ ਹੋ ਜਾਂਦੇ ਆ। ਜਿਹੜੇ ਸਾਰੀਆਂ ਗੱਲਾਂ ਤੋਂ, ਜਿਹੜੇ ਕਰਮ ਕਾਂਡਾਂ ਤੋਂ ਵੀ ਪਿੱਛੇ ਹਟ ਜਾਂਦੇ ਆ ਤੇ ਆਪਣੀਆਂ ਸਿਆਣਪਾਂ ਵੀ ਛੱਡ ਦਿੰਦੇ ਆ, ਸਗਲ ਤੇ ਰਹਿਤ ਹੋ ਜਾਂਦੇ ਆ। ਸਭ ਕਾ ਜਾਣੈ ਆਤਮ ਕੀ ਰਹਿਤ, ਫਿਰ ਉਹ ਸਾਰੀਆਂ ਸਿਆਣਪਾਂ ਤੇ ਯਤਨਾਂ ਤੋਂ ਰਹਿਤ ਹੋ ਜਾਂਦੇ ਆ ਮਨੁੱਖ। ਉਹ ਪਰਮੇਸ਼ਰ ਆਤਮ ਮਨ ਦੀ ਰਹਿਤ ਜਿਹੜੀ ਹੁੰਦੀ ਆ, ਸਭ ਕਾ ਜਾਣੈ ਆਤਮ ਕੀ ਰਹਿਤ, ਫਿਰ ਉਹ ਆਪਣੇ ਅੰਦਰਲੀ ਮਰਿਆਦਾ ਜਿਹੜੀ ਉਹ ਸਮਝ ਲੈਂਦੇ ਆ, ਆਤਮ ਰਹਿਤ ਨੂੰ ਜਾਣ ਲੈਂਦੇ ਆ, ਆਪੇ ਨੂੰ ਜਾਣ ਲੈਂਦੇ ਆ, ਆਪਣਾ ਆਪਾ ਉਹ ਮਨੁੱਖ ਪਛਾਣ ਲੈਂਦੇ ਆ, ਜਿਹੜੇ ਇਹਨਾਂ ਗੱਲਾਂ ਤੋਂ ਮੁਕਤ ਹੋ ਜਾਂਦੇ ਆ, ਸਿਆਣਪ ਤੋਂ ਵੀ ਤੇ ਕਰਮ ਕਾਂਡਾਂ ਤੋਂ ਵੀ ਰਹਿਤ ਹੋ ਜਾਂਦੇ ਆ। ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕੁਛ ਜਾਣੇ, ਫਿਰ ਸਾਰਾ ਕੁਝ ਜਾਣ ਲੈਂਦੇ ਆਪਣੇ ਅੰਦਰ ਦਾ। ਆਤਮ ਕੀ ਰਹਿਤ, ਆਪਣੇ ਆਤਮ ਦੀ ਮਨ ਦੀ ਰਹਿਤ ਜਾਣ ਲੈਂਦੇ, ਭਾਈ ਮੇਰੇ ਵਾਸਤੇ ਕੀ ਚੰਗਾ ਕੀ ਮਾੜਾ ਹੈ, ਮੇਰੇ ਵਾਸਤੇ ਵਿਕਾਰ ਕਮਾਉਣੇ ਚੰਗੇ ਹਨ ਜਾਂ ਮਾੜੇ ਹਨ, ਉਹ ਇਹਨਾਂ ਗੱਲਾਂ ਨੂੰ ਉਹ ਜਾਣ ਲੈਂਦੇ ਆ। ਫਿਰ ਵਿਕਾਰਾਂ ਤੋਂ ਦੂਰ ਹੋ ਜਾਂਦੇ ਆ, ਫਿਰ ਜਿਹੜੀ ਸੁੱਚੀ ਰਹਿਤ ਪਰਮੇਸ਼ਰ ਦੀ ਉਹਨੂੰ ਅਪਣਾ ਲੈਂਦੇ ਆ, ਫਿਰ ਪਰਮੇਸ਼ਰ ਦੇ ਭਜਨ 'ਚ ਜੁੜ ਜਾਂਦੇ ਆ। ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਜਿਸ ਭਾਵੈ, ਜਿਹਨੂੰ ਹਰੀ ਨੂੰ ਜਿਹੜਾ ਭਾ ਜਾਂਦਾ ਹੈ ਉਹਨੂੰ ਹੀ ਆਪਣੇ ਲੜ ਦੇ ਨਾਲ ਲਾ ਲੈਂਦਾ ਪਰਮੇਸ਼ਰ। ਹਰੀ ਹਰ ਕਿਸੇ ਨੂੰ ਨਹੀਂ, ਜਿਹੜਾ ਉਹਨੂੰ ਭਾ ਜਾਂਦਾ ਹੈ, ਜਿਹੜਾ ਉਹਨੂੰ ਸਿਮਰਦਾ ਹੈ ਪਿਆਰ ਦੇ ਨਾਲ, ਉਹ ਫਿਰ ਉਸੇ ਨੂੰ ਜਿਸ ਭਾਵੈ ਤਿਸ ਲਏ ਲੜ ਲਾਵੇ, ਉਹ ਆਪਣੇ ਪੱਲੇ ਨਾਲ ਲਾ ਲੈਂਦਾ ਪਰਮੇਸ਼ਰ ਉਹਨੂੰ, ਕਿ ਆ ਭਾਈ ਤੈਨੂੰ ਆਤਮ ਦਾਨ ਦਈਏ, ਆ ਤੈਨੂੰ ਆਤਮ ਕੀ ਰਹਿਤ ਸਿਖਾਈਏ। ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿਆ ਸਮਾਏ। ਉਹ ਜਿਹੜਾ ਅਕਾਲ ਪੁਰਖ ਹੈ ਨਾ, ਥਾਨ ਥਨੰਤਰ, ਥਾਵਾਂ ਦਾ ਮਾਲਕ, ਥਾਨ ਹਰ ਥਾਂ ਦੇ ਉੱਤੇ ਜਿਹੜਾ ਵਿਆਪਕ ਹੈ, ਹਰ ਜਗ੍ਹਾ ਤੇ ਜਿਹੜਾ ਸਮਾਇਆ ਹੋਇਆ ਹੈ, ਉਹ ਪਰਮੇਸ਼ਰ ਫਿਰ ਆਪਣੇ ਲੜ ਦੇ ਨਾਲ ਮਨੁੱਖ ਨੂੰ ਲਾ ਲੈਂਦਾ, ਜਿਹੜਾ ਉਹਨੂੰ ਪਿਆਰ ਦੇ ਨਾਲ ਸਿਮਰਦਾ। ਸੋ ਸੇਵਕ ਜਿਸ ਕਿਰਪਾ ਕਰੇ, ਨਿਮਖ ਨਿਮਖ ਜਪ ਨਾਨਕ ਹਰੀ। ਮਾਰੇ ਕਹਿੰਦੇ ਉਹ ਮਨੁੱਖ ਸੇਵਕ ਹੈ ਪਰਮੇਸ਼ਰ ਦਾ, ਜਿਹਦੇ ਉੱਤੇ ਉਸ ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਉਹੀ ਹਰੀ ਦਾ ਸੇਵਕ ਹੈ, ਜਿਹਦੇ ਉੱਤੇ ਉਹਨੇ ਹਰੀ ਨੇ ਆਪ ਕਿਰਪਾ ਕੀਤੀ ਹੈ। ਸੋ ਸੇਵਕ ਜਿਸ ਕਿਰਪਾ ਕਰੀ, ਜਿਸ ਉੱਤੇ ਆਪ ਉਹਨੇ ਪਰਮੇਸ਼ਰ ਨੇ ਕਿਰਪਾ ਕੀਤੀ, ਆਪਣੇ ਨਾਲ ਲਾ ਲਿਆ, ਆਪਣੇ ਪੱਲਾ ਫੜਾ ਦਿੱਤਾ, ਉਹੀ ਇਸ ਪਰਮੇਸ਼ਰ ਦਾ ਸੇਵਕ ਹੈ। ਨਿਮਕ ਨਿਮਕ ਜਪ ਨਾਨਕ ਹਰੀ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਨਿਮਕ ਨਿਮਕ ਪਲ ਪਲ ਦੇ ਵਿੱਚ ਹਰ ਸਮੇਂ ਉਸ ਵਾਹਿਗੁਰੂ ਦਾ ਨਾਮ ਜਿਹੜਾ ਹੈ ਸਿਮਰਨਾ ਕਰੋ। ਨਿਮਕ ਨਿਮਕ ਉਹ ਮਨੁੱਖ ਜਪਦਾ ਹੈ ਜਿਹਨੂੰ ਸੇਵਕ ਬਣਾ ਲਿਆ ਪਰਮੇਸ਼ਰ ਨੇ ਆਪਣਾ। ਨਿਮਕ ਨਿਮਕ ਜਪ ਨਾਨਕ ਹਰੀ, ਉਹ ਮਨੁੱਖ ਜਿਹੜੇ ਸੇਵਕ ਬਣ ਜਾਂਦੇ ਪ੍ਰਭੂ ਦੇ, ਉਹ ਨਿਮਕ ਨਿਮਕ ਹਰ ਵੇਲੇ ਹਰ ਸਮੇਂ ਪਰਮੇਸ਼ਰ ਹਰੀ ਨੂੰ ਯਾਦ ਕਰਦੇ ਰਹਿੰਦੇ ਆ, ਜਪਦੇ ਰਹਿੰਦੇ ਆ। ਤੇ ਭਾਈ ਸਿੱਖੋ, ਤੁਸੀਂ ਵੀ ਇਸ ਪਰਮੇਸ਼ਰ ਨੂੰ ਹਰੀ ਨੂੰ ਨਿਮਕ ਨਿਮਕ ਪਲ ਪਲ ਦੇ ਵਿੱਚ ਜਪੋ, ਜੇ ਤੁਸੀਂ ਉਸ ਹਰੀ ਦੇ ਸੇਵਕ ਬਣਨਾ ਚਾਹੁੰਦੇ ਹੋ। ਜੇ ਤੁਸੀਂ ਉਸ ਹਰੀ ਦਾ ਪੱਲਾ, ਤੁਸੀਂ ਕਹਿੰਦੇ ਕਿ ਹਰੀ ਆਪਣਾ ਪੱਲਾ ਤੁਹਾਨੂੰ ਫੜਾ ਦੇਵੇ, ਤੇ ਤੁਸੀਂ ਵੀ ਉਹਨੂੰ ਨਿਮਕ ਨਿਮਕ ਜਪਣਾ ਕਰੋ, ਤਾਂ ਕਿ ਤੁਹਾਡਾ ਵੀ ਜੀਵਨ ਸਫਲ ਹੋਵੇ ਤੇ ਤੁਹਾਡੇ ਪਰਿਵਾਰ ਦਾ ਵੀ, ਤੇ ਸਭੀ ਸ੍ਰਿਸ਼ਟੀ ਜਿਹੜੀ ਹੈ ਸੁਖੀ ਵਸੇ। ਇਸ ਕਰਕੇ ਨਾਮ ਜਪਿਆ ਕਰੋ, ਨਾਮ ਦੇ ਵਿੱਚ ਸਾਰੇ ਪਦਾਰਥ ਹਨ। ਨਿਮਕ ਨਿਮਕ ਉਸ ਪਰਮੇਸ਼ਰ ਨੂੰ ਯਾਦ ਕਰਨਾ ਕਰੋ। ਸੋ ਸਾਧ ਸੰਗਤ, ਇੱਥੇ ਸਤਿਗੁਰਾਂ ਨੇ ਪੰਜਵੀਂ ਅਸ਼ਟਪਦੀ ਦੀ ਜਿਹੜੀ ਹੈ ਸਮਾਪਤੀ ਕੀਤੀ ਹੈ। ਪੰਜਵੀਂ ਅਸ਼ਟਪਦੀ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਨੂੰ ਆਪਾਂ ਜਿਹੜੀ ਹੈ ਉਹ ਛੇਵੀਂ ਅਸ਼ਟਪਦੀ ਆਰੰਭ ਕਰਾਂਗੇ। ਸੋ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਆਪ ਜੀ ਨੇ ਜੇ ਕੁਛ ਪੁੱਛਣਾ ਹੈ ਤੇ ਮਾਈਕ ਆਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ।
ਵਾਹਿਗੁਰੂ। ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਧੰਨਵਾਦ। ਸਵੇਰ ਵਾਲੀ ਕਲਾਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਚੱਲ ਰਹੀ ਹੈ। ਇਸ ਵੇਲੇ ਆਪਾਂ ਸ੍ਰੀ ਸੁਖਮਨੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਸਵਾ ਸੰਗਤ ਦਾ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।